ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਘਨ ਕੇ ਨਾਸ਼ਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੋਭ ਸੁਮਤ ਪਰ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਮੰਦੋਂ ਬਾਰੰਬਾਰ ਜਗਦੀਸਾ ਇਸਮੈ ਅਮਰਤ ਗਿਆਨ ਹੈ ਮਾਣਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਬਾਜੀਗਰ ਜਿਮ ਬਾਜੀ ਪਾਵੇ ਅਨਕ ਰੂਪ ਕਰ ਸਵਾਂਗ ਦਿਖਾਵੇ क्रिया करावत अनेक प्रकारा फिरे लरे बड़ बांधे अखारा। वाहिगुरु जी का खालसा वाहिगुरु जी की फतेह। परम सन्मान योग चवर छतर तख्त दे मालक वालिए कुलालम राजान राज पानान पान दीवान दी उपमा महान साहिब धन धन सतगुरु श्री गुरु तेग बहादुर महाराज सच्चे पातशाह जी के पावन पवित्र चरण छो मुकद्दस स्थान गुरुद्वारा श्री दुख निवारण साहिब जी के पावन पवित्र मुबारक स्थान धन धन श्री गुरु ग्रंथ साहिब महाराज सच्चे पातशाह जी की पावन पवित्र हजूरी अंदर बड़े प्रेम सहित गुरुदेव जी के पावन पवित्र चरण कमलां अंदर हाजरी भर रहे गुरु रूप गुरु खालसा जीओ। सतगुरु महाराज सच्चे पातशाह जियों की पावन पवित्र हजूरी विच मिल बैठ करके पावन पवित्र हर जस कथा विचारा श्रवण करन दा सतसंगत करन दा अवसर प्राप्त होया है। पावन पवित्र मुबारक स्थानां ते
ਨਵਾਂ ਈਸਵੀ ਵਰਾ ਆਰੰਭ ਹੋਣ 'ਤੇ ਭਾਵਨਾ ਸਹਿਤ ਸੰਗਤਾਂ ਨੇ ਗੁਰਦੇਵ ਜੀ ਕੇ ਪਾਵਨ ਮੁਬਾਰਕ ਚਰਨ ਕਮਲਾਂ ਅੰਦਰ ਹਾਜ਼ਰੀਆਂ ਭਰੀਆਂ। ਸਤਿਗੁਰੂ ਜੀ ਰਹਿਮਤਾਂ ਕਰਨ। ਦਰ ਦੀਆਂ ਹਾਜ਼ਰੀਆਂ ਗੁਰਦੇਵ ਮਹਾਰਾਜ ਜੀ ਪ੍ਰਵਾਨ ਕਰਨ। ਔਰ ਜੈਸੀ ਭਾਵਨਾ ਪ੍ਰੇਮ ਦੇ ਨਾਲ ਹੁਣ ਹਾਜ਼ਰੀਆਂ ਭਰ ਰਹੇ ਹਾਂ, ਔਰ ਜੋ ਸੰਮਤ ਵਰਾ ਪ੍ਰਾਰੰਭ ਹੋਵੇ ਚੇਤਰ ਦੇ ਮਹੀਨੇ ਅੰਦਰ, ਜਿਵੇਂ 12 ਮਾਹ ਦੀ ਆਰੰਭਤਾ ਚੇਤਰ ਮਹੀਨੇ ਤੋਂ ਪ੍ਰਾਰੰਭ ਹੋਈ, उस समय भी सतगुरु महाराज जियों के चरण कमलों पास प्रेम सहित हाजरियाँ लगवाइए। गुरुदेव महाराज जियों के चरण कमलों पास, क्योंकि पहला भी इन्हां स्थानां तो ही आपां एक वारी प्रकरण अनुसार बेनती हुई सी, क्योंकि समुचे संसार भर दे अंदर, क्योंकि ਜਿਹੜੇ ਇਹ ਭਾਵ ਦਿਨ ਚੱਲਦੇ ਹਨ, ਜਨਵਰੀ ਫਰਵਰੀ ਆਦਿ ਮਹੀਨੇ ਚੱਲਦੇ ਹਨ ਈਸਾਈਅਤ ਅਨੁਸਾਰ, ਉਹ ਈਸਵੀ ਸਨ ਦੇ ਅਨੁਸਾਰ ਸਾਰੇ ਪਾਸੇ, ਕਿਉਂਕਿ ਬੋਲ ਬਾਲਾ ਦਫ਼ਤਰੀ ਬੋਲੀ ਇਹੋ ਹੈ। ਪਰ ਜਦੋਂ ਸਤਿਗੁਰੂ ਗੁਰਦੇਵ ਮਹਾਰਾਜ ਜੀਓ ਕੀ ਪਾਵਨ ਪਵਿੱਤਰ ਬਾਣੀ ਦੇ ਦਰਸ਼ਨ ਦੀਦਾਰ ਕਰਨੇ ਹਾਂ, ਇਹਨਾਂ ਵਾਰਾਂ ਵਿੱਚੋਂ ਐਤਵਾਰ ਤੋਂ ਪ੍ਰਾਰੰਭ ਦਿਨ ਹੁੰਦੇ ਹਨ। ਬਾਬਾ ਕਬੀਰ ਸਾਹਿਬ ਜੀਆਂ ਨੇ ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਬ ਤੋਂ ਆਰੰਭ ਕੀਤਾ ਵਾਰਾਂ ਵਿੱਚੋਂ। ਆਪ ਜੀਆਂ ਨੇ ਦਰਸ਼ਨ ਕੀਤੇ ਹੋਣਗੇ 12 ਮਾਹ 1107 ਅੰਗ ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਤੁਖਾਰੀ ਰਾਗ ਵਾਲਾ, 133 ਅੰਗ ਪਾਵਨ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਪੰਜਵੇਂ ਪਾਤਸ਼ਾਹ ਜੀਆਂ ਦਾ 12 ਮਾਹ ਮਾਝ ਰਾਗ ਵਾਲਾ, 2 12 ਮਾਹ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਵਿੱਚ। ਇੱਕ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਆਰੰਭ, ਇੱਕ ਪੰਜਵੇਂ ਪਾਤਸ਼ਾਹ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਜੋ ਬਚਨਾਂ ਦੀ ਪ੍ਰਾਰੰਭਤਾ ਹੋਈ। ਇੱਕ ਆਪਾਂ ਪੜ੍ਹਨੇ ਹਾਂ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, 4 ਕੁੰਟ ਦਾ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ। ਗੁਰੂ ਨਾਨਕ ਦੇਵ ਮਹਾਰਾਜ ਆਰੰਭ ਕਰਦੇ ਹਨ, ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਸਿਰ ਸਿਰ ਸੁਖ ਸਹਮਾ ਦੇਸੂ ਤੂੰ ਭਲਾ। हर रचना तेरी क्या गत मेरी, हर बिन घड़ी ना जीवा, प्रबाज दुहेली कोई ना बेली, गुरमुख अमृत पीवा। रचना राच रहे निरंकारी, ब्राह्मण कर्म सुकर्मा, नानक पंथ निहालै सा धन, तू सुन आत्म रामा। ਦੋਵਾਂ 12 ਮਾਹ ਦਾ ਜਿਹੜਾ ਭਾਵ ਹੈ ਉਹ ਹੈ ਵਿਛੋੜੇ ਦਾ ਤੇ ਉਸ ਪਰਿਪੂਰਨ ਪਰਮਾਤਮਾ ਜੀਆਂ ਦੇ ਨਾਲ ਮਿਲਾਪ ਦਾ। ਦੋਵਾਂ ਅੰਦਰ ਜਿਹੜੀ ਸਾਧ ਸੰਗਤ ਜੀ ਉਹ ਆਰੰਭਤਾ ਮਹਾਰਾਜ ਜੀਆਂ ਨੇ ਚੇਤ ਮਹੀਨੇ ਤੋਂ ਹੀ ਕੀਤੀ। ਫੱਗਣ ਦੇ ਮਹੀਨੇ ਦੇ ਅੰਦਰ ਪਾਤਸ਼ਾਹ ਉੱਥੇ ਸਮਾਪਤੀ ਕਰਕੇ ਤੇ ਪਾਵਨ ਪਵਿੱਤਰ ਬਚਨਾਂ ਵਿੱਚ ਕਹਿੰਦੇ ਹਨ, ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਲਾਏ। ਸਮਾਪਤੀਆਂ ਕੀਤੀਆਂ ਮਹਾਂ ਦਿਵਸ ਮਹੂਰਤ ਪਲੇ, ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸ ਦਾਨ, ਕਿਰਪਾ ਕਰੋ ਹਰੇ ਹੈ ਮੇਰੇ ਮਾਲਕ ਜੀ। ਉਹ ਘੜੀ ਸੁਹਾਵੀ ਹੈ, ਉਹ ਸਮਾਂ ਸਫਲਾ ਹੋਇਆ ਜਿਹੜੇ ਸਮੇਂ ਮੈਂ ਆਪ ਜੀਓ ਕੇ ਚਰਨ ਕਮਲਾਂ ਦੇ ਅੰਦਰ ਆਣ ਕੇ ਹਜ਼ੂਰੀ ਵਿੱਚ ਬੈਠ ਗਿਆ, ਉਹ ਸਮਾਂ ਮੇਰੇ ਲਈ ਸੁਹਾਵਣਾ ਹੋ ਗਿਆ। ਸਾਹਿਬ ਜੀਓ ਕੀ ਹਜ਼ੂਰੀ ਅੰਦਰ ਹਾਜ਼ਰੀਆਂ ਭਰਦੇ ਹੋ ਸਾਧ ਸੰਗਤ ਜੀਓ। ਸਤਿਗੁਰੂ ਜੀ ਰਹਿਮਤਾਂ ਕਰਨ, ਸੀਸ ਤੇ ਆਪਣਾ ਮੇਰਾ ਭਰਿਆ ਹੱਥ ਰੱਖਣ। ਗੁਰਦੇਵ ਮਹਾਰਾਜ ਜੀਓ ਕੀ ਪਾਵਨ ਪਵਿੱਤਰ ਬਾਣੀ ਬਚਨਾਂ ਨੂੰ ਪੜ੍ਹਦਿਆਂ ਔਧ ਵਿਹਾਵੇ, ਆਰਬਲਾ ਬਤੀਤ ਹੋਵੇ। ਕੁਦਰਤੀ ਬਾਤ ਹੈ, ਨਵੇਂ ਵਰੇ ਦੀ ਆਰੰਭਤਾ ਤੇ ਆਪਾਂ ਵਧਾਈ ਦਿੰਦੇ ਹਾਂ ਇੱਕ ਦੂਸਰੇ ਨੂੰ, ਭਾਵੇਂ ਉਹ ਸਨ ਈਸਵੀ ਵਾਲਾ ਹੋਵੇ ਭਾਵੇਂ ਸੰਮਤ ਵਾਲਾ ਹੋਵੇ। ਬਾਬਾ ਕਬੀਰ ਸਾਹਿਬ ਇਹਨੂੰ ਦੂਸਰੇ ਪਾਵਨ ਪਵਿੱਤਰ ਪ੍ਰਕਰਨ ਅਨੁਸਾਰ ਲਿਖਦੇ ਹਨ, ਜਨਨੀ ਜਾਨਤ ਸੁਤ ਬੜਾ ਹੋਤਾ ਹੈ, ਇਤਨਾ ਕੂ ਨਾ ਜਾਨਾ ਜੇ ਦਿਨ ਦਿਨ ਅਵਧ ਕਟਤ ਹੈ।
ਵਰਾ ਬਤੀਤ ਹੋਵੇ ਤੇ ਨਾਲ ਚਿੱਤ ਵਿੱਚ ਇਹ ਵੀ ਖਿਆਲ ਆਵੇ ਮਣਾ ਔਦ ਘਟੈ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਮਣਾ। ਹੌਲੀ ਹੌਲੀ ਕਰਦਿਆਂ ਇੱਕ ਇੱਕ ਦਿਨ ਕਰਦਿਆਂ ਮਹੀਨਾ ਬਤੀਤ ਹੋਇਆ, ਮਹੀਨੇ ਬਤੀਤ ਹੁੰਦਿਆਂ ਸਾਲ ਬਤੀਤ ਹੋਇਆ, ਮੇਰੀ ਆਰਬਲਾ ਦਿਨੋਂ ਦਿਨ ਪਈ ਘਟਦੀ ਹੈ ਮਨ ਗੁਰ ਮਿਲ ਕਾਜ ਸਵਾਰੇ ਮਣਾ। ਗੁਰੂ ਨੂੰ ਮਿਲ ਕੇ ਜ਼ਿੰਦਗੀ ਦੇ ਵੀ ਕਾਰਜ ਸਵਾਰ ਲਈਏ। ਜਿਸ ਕਾਰਜ ਵਾਸਤੇ ਜਾ ਕੋ ਆਏ ਸੋਈ ਵਿਹਾਜੋ ਭਲਾ। ਜਿਹੜੇ ਕੰਮ ਵਾਸਤੇ ਆਪਾਂ ਆਏ ਹਾਂ ਮਣਾ ਆਪਾਂ ਉਹ ਵੀ ਕਾਰਜ ਕਰ ਲਈਏ ਸੰਸਾਰ ਅੰਦਰ। ਜਿਵੇਂ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਬਚਨ ਕਰਦੇ ਹਨ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤਾ ਹਰ ਨਾਮ ਨਾ ਬੀਜਿਓ, ਅੱਗਾ ਭੁੱਖਾ ਕਿਆ ਖਾਏ। ਭਾਵ ਇਹ ਦਿਨ ਆਰਬਲਾ ਸਮਾਂ ਬਤੀਤ ਹੁੰਦਿਆਂ ਇੱਕ ਪਾਸੇ ਇਹ ਵੀ ਆਪਣਾ ਵੀ ਧਿਆਨ ਆ ਜਾਏ, ਅੰਤਰਾਤਮੇ ਧਿਆਨ ਆ ਜਾਏ। ਸੋ ਸਾਧ ਸੰਗਤ ਜੀਓ, ਕੱਲ੍ਹ ਰੋਜ਼ ਤੋਂ ਜੋ ਪਿਛਲੇ ਦਿਨਾਂ ਤੋਂ ਆਪ ਗੁਰੂ ਸਵਾਰਿਆਂ ਪਾਸੋਂ ਪਾਵਨ ਪਵਿੱਤਰ ਜੋ ਲੜੀਵਾਰ ਮੁਬਾਰਕ ਬਚਨ ਸਰਵਣ ਕਰ ਰਹੇ ਹੋ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਤੇ ਧੰਨ ਸ਼੍ਰੀ ਗੁਰੂ ਨਾਨਕ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਗੀ ਪ੍ਰਤ ਉਪਦੇਸ਼ ਪਾਵਨ ਪਵਿੱਤਰ ਬਚਨ ਮਹਾਰਾਜ ਜੀ ਉਚਾਰ ਰਹੇ ਹਨ। ਕੱਲ ਪਾਵਨ ਪਵਿੱਤਰ ਬਚਨ ਸਰਵਨ ਕੀਤਾ ਸੀ ਸ਼ਬਦ ਬਾਜ਼ੀਗਰ ਜੈਸੀ ਬਾਜ਼ੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ ਤਬ ਏਕੋ ਏਕੰਕਾਰਾ। ਇਹਨਾਂ ਪਾਵਨ ਪਵਿੱਤਰ ਬਚਨਾਂ ਨੂੰ ਇਸ ਤੋਂ ਪਹਿਲਾਂ ਕਿ ਇਹਨਾਂ ਪਾਵਨ ਪਵਿੱਤਰ ਬਚਨਾਂ ਨੂੰ ਦਾਸ ਪ੍ਰਾਰੰਭ ਕਰੇ, ਸੁਖਮਨੀ ਸਾਹਿਬ ਆਪ ਭਾਵਨਾ ਵਾਲੀ ਸੰਗਤ ਕਈਆਂ ਨੂੰ ਕੰਠਾਗਰ ਹੈ, ਕਈਆਂ ਨੂੰ ਸਰਲ ਹੈ। ਪਾਵਨ ਪਵਿੱਤਰ ਬਾਣੀ ਆਪ ਪੜ੍ਹਦੇ ਹੋ। ਜਦੋਂ ਆਪਾਂ ਅਸ਼ਟਪਦੀ ਇੱਕ ਦਰਸ਼ਨ ਕਰਨੇ ਹਾਂ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਨੂੰ ਉਚਾਰਦੇ ਹਨ, ਕਬਹੂ ਸੋਏ ਰਹਿ ਦਿਨ ਰਾਤ। ਜਿੱਥੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਨੇ, ਕਬਹੂ ਮਹਾ ਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋਤ ਰਵਾਲ, ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਭਿਖਾਰੀ ਨਿਰਤ ਕਾ ਸਾਜਾ, ਕਬਹੂ ਅਬ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ। ਤੇ ਮਹਾਰਾਜ ਸਾਰੇ ਪਾਵਨ ਪਵਿੱਤਰ ਬਚਨਾਂ ਤੋਂ ਗੁਰਦੇਵ ਮਹਾਰਾਜ ਜੀ ਕਹਿੰਦੇ ਕਦੇ ਭਿਖਾਰੀ ਰੂਪ ਹੋ ਜਾਂਦਾ ਹੈ, ਕਦੇ ਦੇਵਤਾ ਰੂਪ ਦੇਣ ਵਾਲਾ ਰੂਪ ਹੋ ਜਾਂਦਾ, ਦਾਤਾ ਸਰੂਪ ਵਿੱਚ ਉਹ ਪਰਿਪੂਰਨ ਪਰਮਾਤਮਾ ਵਰਤਦਾ, ਕਦੇ ਸੁੱਤਾ ਹੈ ਕਦੇ ਉੱਠਿਆ ਹੋਇਆ ਹੈ। ਸਮਾਪਤੀਆਂ ਪਾਤਸ਼ਾਹ ਜੀਆਂ ਨੇ ਤਾਂ ਪਾਵਨ ਪਵਿੱਤਰ ਬਚਨ ਵਿੱਚ ਕੀਤੀਆਂ ਸ਼ਬਦ ਵਿੱਚ, ਕਬਹੂ ਸਾਧ ਸੰਗਤ ਤੇ ਪਾਵੈ ਉਸ ਅਸਥਾਨ ਤੇ ਬੌਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਪੜੋ ਗੁਰਮੁਖੋ, ਉਸ ਅਸਥਾਨ ਕਾ ਨਹੀਂ ਵਿਨਾਸ਼। ਜੋ ਕਥਾ ਦਾ ਪ੍ਰਕਰਨ ਆਪਾਂ ਨੇ ਪ੍ਰਾਰੰਭ ਕਰਨਾ ਹੈ, ਜਾਂ ਕੱਲ ਗਿਆਨੀ ਜੀਆਂ ਨੇ ਬਚਨ ਸਰਵਣ ਵੀ ਕਰਵਾਏ ਸਨ ਕਿ ਜੋ ਜਿਸ ਅਸਥਾਨ ਤੇ ਸੰਸਾਰ ਵਿੱਚੋਂ ਭਾਵ ਸਫ਼ਰ ਕਰਦਿਆਂ ਅੰਤਰ ਆਤਮੇ ਜਿਸ ਥਾਂ ਤੇ ਜਾ ਕੇ ਸਮਾਉਣਾ ਹੈ ਜੀਵ ਨੇ, ਜਿਹਨੂੰ ਬਾਬਾ ਕਬੀਰ ਸਾਹਿਬ ਬਚਨਾਂ ਵਿੱਚ ਇਉਂ ਕਹਿੰਦੇ ਹਨ ਕਿ ਬਹੁਰ ਹਮ ਕਾਹੇ ਆਵਾਂਗੇ, ਆਵਣ ਜਾਣਾ ਹੁਕਮ ਤਿਸੇ ਕਾ ਹੁਕਮੈ ਬੁਝ ਸਮਾਵਾਂਗੇ। ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼। ਸਤਿਗੁਰੂ ਮਹਾਰਾਜ ਦਇਆ ਮਾਇਆ ਕਰਨ। ਆਓ ਸਾਧ ਸੰਗਤ ਜੀਓ, ਜੋ ਸੰਗਤਾਂ ਨਮਸਕਾਰ ਵੀ ਕਰ ਰਹੇ ਹੋ, ਬੜੇ ਪ੍ਰੇਮ ਨਾਲ ਤੁਸੀਂ ਇਹ ਪਾਵਨ ਪਵਿੱਤਰ ਕਥਾ ਵਿਚਾਰਾ ਸਰਵਣ ਕਰਦਿਆਂ ਹੋਇਆਂ ਸਾਧ ਸੰਗਤ ਜੀਓ ਨਮਸਕਾਰ ਕਰੋ। ਸਤਿਗੁਰੂ ਮਹਾਰਾਜ ਜੀਓ ਕੀ ਹਜ਼ੂਰੀ ਅੰਦਰ ਜਿਵੇਂ ਵੀ ਆਪ ਜੀਆਂ ਨੂੰ ਸਮਾਂ ਮਿਲਦਾ, ਜਿੱਥੇ ਬੈਠਣ ਦਾ ਬੈਠ ਕਰਕੇ ਪ੍ਰੇਮ ਸਹਿਤ ਹਾਜ਼ਰੀਆਂ ਭਰੋ। ਆਓ ਗੁਰਮੁਖੋ, ਕਰੋ ਮਨ ਬਿਰਤੀਆਂ ਨੂੰ ਇਕਾਗਰ, ਬਖਸ਼ੋ ਅਸੀਸ, ਕੋਈ ਪੇਰਸ ਨਾ ਵਾਂਝੀ ਨਾ ਰਹੇ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬਾਜੀਗਰ ਜਿਮ ਬਾਜੀ ਪਾਵੇ। ਪਾਵਨ ਪਵਿੱਤਰ ਮੁਬਾਰਕ ਬਚਨ ਸਤਿਗੁਰੂ ਮਹਾਰਾਜ ਨਿਰਣਾ ਕਰਕੇ ਦਿਖਾ ਰਹੇ ਹਨ ਜੋਗੀ ਨੂੰ
कि जे ये संसार झूठा है सच्चा क्यों जापदा है। जे ये संसार दृष्टमान है सगल मथेना फिर सच्चा क्यों है। ये निर्णय ते पावन पवित्र बचन विचार कल भी चली, क्योंकि आपां बचन पढ़ने हाँ ये जग सच्चे की है कोठड़ी सच्चे का विचवास। सच्चे दी कोठड़ी है। ये जो पावन दरबार साहब बनाया किस मिस्त्री ने बनाया, किहड़े नाल कारीगर सन अज कोल नहीं हन। पर महाराज पावन पवित्र श्री गुरु नानक देव महाराज आसा दीवार दे अंदर पावन बचन उचारिया पौड़ी दे अंदर। महाराज कहंदे परमात्मा ने सृष्टि बनाई, सृष्टि बना के पातशाह विचों परिपूर्ण परमात्मा मनफी नहीं होया। आपी न आप साजियो आपी न रचियो नाओ दुई कुदरत साजिया कर आसन। पढ़ो गुरमुखो कर आसन डिठो चाओ। कर आसन दे अर्थ ने बना के विचों मनफी नहीं होया, आप बना के विच नाल आप बैठ गया। कर आसन डिठो चाओ नाल वो बैठा है, वेख रहा है संसार दे इस पसारे नूं परिपूर्ण परमात्मा। जे एक कूड़ राजा कूड़ प्रजा कूड़ सब संसार कूड़ मंडप कूड़ माड़ी कूड़ बैसनहार कूड़ सोयना कूड़ रूपा कूड़ पैननहार। जे सारा कुछ पातशाह दूसरे बन्ने कहंदे ने ये जग सच्चे की है कोठड़ी सच्चे का विचवास। वो निर्णय हो रहा है साध संगत जीओ पावन पवित्र मुबारक बचना विच। सतगुरु महाराज जियां ने धन श्री गुरु अर्जन देव महाराज जियां ने सूही राग दे अंदर मुबारक शब्द उचारण किया। जदों भी आपां पावन मुबारक शब्द दे दीदार करने हाँ, कई बारी बाणी पढ़द्या श्री अखंड पाठ साहब करद्या भी जदों ये शब्द आउंदा है मुख वाक रूप दे अंदर कई बारी शब्द दे दर्शन करिए ते उस वक्त सारी जो साखी रूप है ये आप अखां सामने आ जाती है। महाराज हुण कह रहे ने सानू सबना नूं धन श्री गुरु अर्जन देव महाराज कहंदे बाजीगर ने जिस प्रकार बाजी पाई है अनेक रूप कर स्वांग दिखावे। उन्हें हुण बड़े प्रकार दे नाना रूप दे अनेक प्रकार दे उन्हें स्वांग विखाउणे शुरू कर दिते। इनू थोड़ा होर स्पष्ट कर लईए। बाजीगर जिवें पिंडां दे अंदर पहलां भी जां हुण भी कई थावां ते बाजी पाउंदे ने, जां मदारी वाले पहलां आम तौर ते अक्सर उन्होंने आण के चौंक चराहे विच खलो जाना। उन्होंने आण के डुगडुगी वजाउणी, बच्चियां ने कोलों कट्ठे हो जाना। कट्ठे हो के ते उन्हें कदे एक पासे हथ करना मठियाई मंगा लैनी, दूसरे पासे हथ करने उन्हें वस्त्र मंगा लैने, एक पासे उन्हें जेब विच खीसे विच हथ पाने पैसे कड्ढी जाने। सारी खेड खत्म होने तो बाद उन्हें फिर बच्चियां कोल जाना ते कोलों कहना भी जो भी तुहाडे कोल दमड़ा पल्ले जो भी पैसा आद है ना रुपये 5-10 जिन्ने भी तुसी मैनू दिओ, जे नहीं तो घरों आटा आद कुछ होर तुसी लैके आओ। बच्चियां ने लैके जाना ते जे उन्होंने कोई पूछ लवे भी 2 घड़ियां पहला तू एक पासे हथ करके वस्त्र मंगा रहा सैं, दूसरे पासे एक खीसे विचों मिठा कढ़ रहा सैं, एक खीसे विचों पैसे कढ़ रहा सैं, वो की सी? वो कहेगा तुहाडा भरम सी। गज के आखो सतनाम श्री वाहिगुरू। कहंदे है नहीं तुहाडा भरम सी, तुहानू पता नहीं मैं लगन दिता। महाराज कहंदे ये है संसार। जिन्हों सज्जना जिन्हों सच करके मन के बैठा है वो है नहीं, पर तू मन्नी बैठा है। वो पातशाह जियां ने पावन बचन विच बख्शिश कीता अनक रूप कर स्वांग दिखावे। कहंदे नाना प्रकार उन्हें वख वख रूपां अंदर उन्हें खेडां आद विखाइयां, उन्हें बड़े रूप करके क्रिया करावत अनेक प्रकारा। हुण कहंदे जी वो क्रिया करावत ये राजस्थान वाले पासे
ਪੁਤਲੀਆਂ ਦਾ ਨਾਚ ਕਰਾਇਆ ਜਾਂਦਾ, ਸਟੇਜ ਦੇ ਪਿਛਲੇ ਪਾਸੇ ਆਪ ਬੈਠਾ ਹੈ ਬਾਜ਼ੀਗਰ, ਤੇ ਸਾਹਮਣੇ ਸਟੇਜ ਤੇ ਉਹਨੇ ਨਾਲ ਸਾਹਮਣੇ ਉੱਪਰ ਸਟੇਜ ਤੇ ਪੁਤਲੀਆਂ ਨੱਚ ਰਹੀਆਂ ਨੇ, ਰੱਸੀਆਂ ਬੰਨੀਆਂ ਹੋਈਆਂ ਨੇ ਆਪ, ਤੇ ਉਹਨਾਂ ਨੂੰ ਉਸੇ ਤਰ੍ਹਾਂ ਨਚਾਉਂਦਾ ਹੈ ਜਿਵੇਂ ਉਹਦਾ ਚਿੱਤ ਕਰਦਾ। ਕਿਹਦਾ? ਨਚਾਉਣ ਵਾਲੇ ਦਾ। ਹੁਣ ਪਾਤਸ਼ਾਹ ਇਹ ਉਦਾਹਰਨ ਸਤਿਗੁਰੂ ਮਹਾਰਾਜ ਸੰਸਾਰ ਤੇ ਲਾਗੂ ਕਰਦੇ ਨੇ। ਕਹਿੰਦੇ ਜੀਵ ਤਾਂ ਨੱਚ ਰਹੇ ਨੇ, ਜਿਵੇਂ ਉਹ ਨਚਾਉਂਦਾ ਹੈ ਉਸੇ ਤਰ੍ਹਾਂ ਹੀ ਹੋ ਰਿਹਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਿਵੇਂ ਉਹ ਨਚਾਉਂਦਾ ਹੈ, ਉਹ ਪਰਿਪੂਰਨ ਪਰਮਾਤਮਾ ਜਿਵੇਂ ਸਾਰੀ ਸ੍ਰਿਸ਼ਟੀ ਨੂੰ ਕੰਮੇ ਕਾਰੇ ਲਾਇਆ, ਕੋਈ ਭੱਜੇ ਫਿਰਦੇ ਹਨ, ਕੋਈ ਰੁਕੇ ਹੋਏ ਹਨ। ਮਹਾਰਾਜ ਜੀਆਂ ਨੇ ਤਾਂ ਪਾਵਨ ਸੁਖਮਨੀ ਸਾਹਿਬ ਦੇ ਬਚਨਾਂ ਵਿੱਚ ਕਹਿ ਦਿੱਤਾ ਨਾ, कबू सोए रह दिन रात, कबू महाक्रोध विकराल, कबू सर्व की होतरवाल, कबू होए बह बड़ राजा, कबू ਭਿਖਾਰੀ ਨੀਚ ਕਾ ਸਾਚਾ। ਕਹਿੰਦੇ ਉਹ ਕੌਣ ਹੈ? ਉਹਦੇ ਵਿੱਚ ਵੀ ਤਾਂ ਉਸੇ ਦਾ ਰੂਪ ਹੈ। ਕਿਰਿਆ ਅਨੇਕਾਂ ਪ੍ਰਕਾਰ ਦੇ ਨਾਲ ਉਹ ਕਿਰਿਆ ਕਰਾਉਂਦਾ ਹੈ। ਫੇਰੇ ਲਰੇ ਵੱਡ ਬਾਂਦੇ ਅਖਾੜਾ। ਕਹਿੰਦੇ ਫਿਰ ਉਹ ਕੀ ਕਰਦਾ ਹੈ? ਆਪਣੀ ਖੇਡ ਪਾਉਣ ਵਾਸਤੇ ਉਹਨੇ ਅਖਾੜਾ ਬੰਨਿਆ। ਇੱਕ ਬਾਜੀਗਰ ਤਿੰਨ ਮੈਂ ਸਾਚਾ। ਕਹਿੰਦੇ ਬਸ ਇੱਕ ਗੱਲ ਧਿਆਨ ਦਿਓ, ਸਾਰੀ ਖੇਡ ਝੂਠੀ ਹੈ ਪਰ ਉਹ ਬਾਜ਼ੀਗਰ ਸੱਚਾ ਹੈ। ਸਾਰੀ ਖੇਡ ਝੂਠੀ ਹੈ ਪਰ ਉਹ ਬਾਜ਼ੀਗਰ ਆਪ ਸੱਚਾ ਹੈ। ਵਿੱਚ ਕੌਣ? ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਹ ਪਰਿਪੂਰਨ ਪਰਮਾਤਮਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਗੁਰਮੁਖੋ ਵੈਸੇ ਸਮੇਂ ਦੇ ਤਿੰਨ ਹੁੰਦੇ ਹਨ, ਜੋ ਇੱਕ ਬੀਤ ਚੁੱਕਾ ਹੈ ਭੂਤ ਕਾਲ, ਇੱਕ ਵਰਤਮਾਨ ਤੇ ਇੱਕ ਭਵਿੱਖਤ ਕਾਲ, ਪਾਸਟ ਪ੍ਰੈਜ਼ੈਂਟ ਤੇ ਅਗਾਂ ਜੋ ਆਉਣਾ ਹੈ ਫਿਊਚਰ। ਪਰ ਗੁਰਦੇਵ ਜੀਆਂ ਨੇ ਤਾਂ ਚਾਰ ਰੂਪਾਂ ਵਿੱਚ ਲੈ ਲਿਆ। ਕਹਿੰਦੇ ਜਦੋਂ ਇਹ ਸਮਾਂ ਵੀ ਨਹੀਂ ਹੋਵੇਗਾ, ਜਦੋਂ ਸਮਾਂ ਵੀ ਨਹੀਂ, ਹੁਣ ਸਾਲ ਬਦਲਿਆ 2022 ਤੋਂ 23 ਆਇਆ, ਕਿਵੇਂ ਆਇਆ? ਭਾਵ ਇਹ ਦਿਨ ਹੈ ਰਾਤ, ਦਿਨ ਰਾਤ ਇਸ ਤਰ੍ਹਾਂ ਕਰਦਿਆਂ ਦਿਨ ਬਤੀਤ ਹੋਏ, ਮਹੀਨੇ ਦੇ ਸਾਲ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਮਾਰੂ ਰਾਗ ਵਿੱਚ ਬਚਨ ਕਰਦੇ ਹਨ। ਸ਼ਬਦ ਹੈ ਗੁਰਦੇਵ ਜੀਆਂ ਦਾ, ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ। ਉਹ ਵਾਲੀ ਘੜੀ ਨਾਨਕ ਹੋਸੀ ਭੀ ਸੱਚ, ਉਹ ਵਾਲੀ ਘੜੀ ਕਦੋਂ? ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ। ਜਦੋਂ ਕਹਿੰਦੇ ਦਿਨ ਨਾ ਸੂਰਜ ਹੋਵੇਗਾ ਨਾ ਚੰਦਰਮਾ, ਉਦੋਂ ਦਿਨ ਕਿਵੇਂ ਤਬਦੀਲ ਹੋਵੇਗਾ? ਦਿਨ ਤੇ ਤਾਂ ਹੀ ਚੜਿਆ ਨਾ ਜੇ ਸੂਰਜ ਹੈ, ਰਾਤ ਤਾਂ ਹੀ ਨੇ ਜੇ ਚੰਦਰਮਾ ਹੈ। ਮਹਾਰਾਜ ਕਹਿੰਦੇ ਜੇ ਨਾ ਸੂਰਜ ਨਾ ਚੰਦਰਮਾ, ਉਦੋਂ ਫਿਰ ਦਿਨ ਦੀ ਗਿਣਤੀ ਕਿਵੇਂ ਕਰੋਗੇ ਭਾਈ? ਮਹਾਰਾਜ ਕਹਿੰਦੇ ਨਾ ਦਿਨ ਰੈਨ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏਂਦਾ, ਖਾਣੀ ਨਾ ਬਾਣੀ ਪੌਣ ਨਾ ਪਾਣੀ। ਨਾ ਉਦੋਂ ਖਾਣੀਆਂ ਨੇ ਜਿੱਥੋਂ ਜੀਵਾਂ ਦੀ ਉਤਪਤੀ ਹੁੰਦੀ ਹੈ, ਅੰਡਜ ਜੇਰਜ ਸੇਤਜ ਉਤਪਜ। ਮਹਾਰਾਜ ਕਹਿੰਦੇ ਖਾਣੀਆਂ ਵੀ ਨਹੀਂ ਹਨ, ਪਰ ਉਹਨਾਂ ਸਭ ਦੀ ਅਣਹੋਂਦ ਦੇ ਬਾਵਜੂਦ ਵੀ ਇੱਕ ਪਰਿਪੂਰਨ ਪਰਮਾਤਮਾ ਉਹ ਆਪ ਹੈ। ਉਹ ਪਰਿਪੂਰਨ ਪਰਮਾਤਮਾ ਆਪ ਉੱਥੇ ਹੋਵੇਗਾ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਸ ਵਕਤ ਵੀ ਹੋਵੇਗਾ। ਇਹਨਾਂ ਸਾਰਿਆਂ ਦੇ ਵਿੱਚੋਂ ਪਾਤਸ਼ਾਹ ਜੀ ਕਹਿਣ ਲੱਗੇ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਇਹਨਾਂ ਸਾਰਿਆਂ ਦੇ ਵਿੱਚੋਂ ਭਾਈ ਬਾਜ਼ੀਗਰ ਇੱਕ ਸੱਚਾ ਹੈ। ਬਾਜੀ ਸਭ ਮਿਥਿਆ ਕੱਚ ਪਾਚਾ। ਬਾਕੀ ਜਿੰਨਾ ਕੁਝ ਵੀ ਹੈ ਮਹਾਰਾਜ ਕਹਿੰਦੇ ਭਾਈ ਉਹ ਮਿਥਿਆ ਹੈ, ਉਹ ਝੂਠ ਹੈ। ਕਿਵੇਂ ਪਾਤਸ਼ਾਹ? ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਮਹਾਰਾਜ ਕਹਿੰਦੇ ਜਿੰਨਾ ਦਿਖਾਈ ਦਿੰਦਾ ਹੈ ਨਾ, ਇੱਥੋਂ ਤੱਕ ਗੁਰਮੁਖੋ ਧਿਆਨ ਦਿਓ ਥੋੜਾ ਜਿਹਾ ਪਾਵਨ ਪਵਿੱਤਰ ਸ਼ਬਦ ਦੀ ਕਥਾ ਵੱਲ। ਥੋੜੇ ਦਿਨ ਉਹ ਦਿਨ ਪੜ੍ਹ ਰਹੇ ਸਾਂ, ਵਿਗਿਆਨੀ ਕਹਿ ਰਹੇ ਨੇ ਵੀ ਹੌਲੀ ਹੌਲੀ ਕਰਦਿਆਂ ਸੂਰਜ ਘਟ ਰਿਹਾ ਹੈ। ਗੁਰਦੇਵ ਜੀਆਂ ਨੇ ਪਾਵਨ ਪਵਿੱਤਰ ਬਾਣੀ ਵਿੱਚ ਬਚਨ ਗੁਰਦੇਵ ਜੀਆਂ ਨੇ ਅੰਕਿਤ ਕਰ ਦਿੱਤੇ ਸ਼ਬਦਾਂ ਵਿੱਚ। ਮਹਾਰਾਜ ਕਹਿਣ ਲੱਗੇ ਭਾਈ ਦਿਨ ਰਵ ਚੱਲੈ ਸੱਸ ਨਿਸ ਚੱਲੈ।
ਦਿਨ ਰਵ ਚੱਲੈ ਸੱਸ ਨਿਸ ਚੱਲੈ। ਕਹਿੰਦੇ ਆਰਬਲਾ ਤੁਸੀਂ ਬਾਕੀ ਮਹਾਰਾਜ ਕਹਿੰਦੇ ਛੱਡੋ, ਸੰਸਾਰ ਦੀ ਇੱਥੋਂ ਤੱਕ ਦ੍ਰਿਸ਼ਟਮਾਨ ਹੈ। ਸਗਲ ਮਥੇਨਾ ਪਾਤਸ਼ਾਹ ਜੀ ਨੇ ਕਹਿ ਦਿੱਤਾ। ਮਹਾਰਾਜ ਕਹਿਣ ਲੱਗੇ ਜੋ ਦਿਖਾਈ ਦੇ ਰਿਹਾ ਸੂਰਜ ਚੰਦਰਮਾ ਇਹ ਕਿਹੜਾ ਸਦੀਵੀ ਹੈ ਭਾਈ, ਇਹ ਵੀ ਇੱਕ ਦਿਨ ਬਿਨ ਸਜਾਣਾ ਹੈ। ਸ਼ਬਦਾਂ ਵਿੱਚ ਮਹਾਰਾਜ ਜੀਆਂ ਨੇ ਰਹਿਮਤਾਂ ਕੀਤੀਆਂ। ਜਿੰਨਾ ਵੀ ਦਿਖਾਈ ਦਿੰਦਾ ਭਾਈ ਇਹ ਸਾਰਾ ਨਾਸ਼ਮਾਨ ਹੈ। ਸਗਰੀ ਪੁੱਤਰੀ ਪੁਰਖ ਅਧੀਨ। ਤੇ ਕਹਿੰਦੇ ਜਿਹੜੀਆਂ ਨੱਚ ਰਹੀਆਂ ਨੇ ਨਾ ਪੁਤਲੀਆਂ ਸਟੇਜ ਦੇ ਉੱਪਰ ਜੋ ਨੱਚ ਰਹੀਆਂ ਹਨ, ਕਹਿੰਦੇ ਬਸ ਉਹ ਇੱਕ ਪੁਰਖ ਦੇ ਅਧੀਨ ਹਨ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੰਨਾ ਵੀ ਸੰਸਾਰ ਹੈ ਭਾਈ, ਆਪਾਂ ਕਿਵੇਂ ਜਿਵੇਂ ਸ਼ਬਦ ਪੜ੍ਹਨੇ ਆਪ ਜੀਆਂ ਨੂੰ ਬਚਨ ਕੰਠ ਹਨ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜਿਵੇਂ ਬਾਜ਼ੀਗਰ ਭਾਵੋ ਪਰਿਪੂਰਨ ਪਰਮਾਤਮਾ ਨੂੰ ਜਿਵੇਂ ਪਾਉਂਦਾ ਹੈ ਭਾਈ ਉਹ ਗੱਲ ਚੰਗੀ ਹੈ। ਜੇ ਉਹਨੇ ਜਿਤਾਤਾ ਤਾਂ ਕੋਈ ਗੱਲ ਨਹੀਂ, ਜੇ ਹਰਾਤਾ ਤਾਂ ਕੋਈ ਗੱਲ ਨਹੀਂ। ਭਗਤ ਸਾਹਿਬਾਨ ਜੀ ਤਾਂ ਜਿਵੇਂ ਬਚਨ ਪੜ੍ਹਨੇ ਹਾਂ, ਕਹਿੰਦੇ ਮਾਲਕਾ ਜੇ ਤਖਤ ਤੇ ਬਿਠਾ ਦਿੱਤਾ ਤਾਂ ਵੀ ਤੇਰਾ ਸ਼ੁਕਰਾਨਾ, ਜੇ ਘਾਸ ਵਢਾਵੇਂ ਤਾਂ ਕੀਤਕ ਬੋਲਾਂ। ਮਾਲਕਾ ਜੇ ਤੂੰ ਘਾਹ ਵਢਾਉਣ ਲਾ ਦਿੱਤਾ ਫਿਰ ਮੈਂ ਕੀ ਬਚਨ ਕਰਾਂ। ਜੇ ਤਖਤ ਬਿਠਾਉਣ ਵਾਲਾ ਵੀ ਤੂੰ ਤੇ ਲਾਉਣ ਵਾਲਾ ਵੀ ਤੂੰ ਹੋ। ਇੰਨੀ ਉਹ ਭਾਵਨਾ ਦੇ ਨਾਲ ਭਾਵ ਜਿਨ੍ਹਾਂ ਨੇ ਉਹ ਸਾਹਿਬ ਨੂੰ ਜ਼ਰੇ ਜ਼ਰੇ ਅੰਦਰ ਵਿਆਪਕ ਜਾਣਿਆ। ਗੁਰਮੁਖੋ ਇਹ ਉਹਨਾਂ ਦੀਆਂ ਰਮਜ਼ ਦੀਆਂ ਗੱਲਾਂ ਹਨ। ਪਰ ਬਹੁਤਾਤ ਵਿੱਚ ਆਪਾਂ ਕਈ ਵਾਰੀ ਸ਼ੁਕਰਾਨਾ ਦੀ ਥਾਂ ਤੇ ਆਪਾਂ ਸ਼ਿਕਵਾ ਕਰਨੇ ਆ ਸਾਹਿਬ ਨਾਲ। ਪਰ ਮਹਾਰਾਜ ਕਹਿੰਦੇ ਭਾਈ ਉਲਾਣੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਸਾਹਿਬ ਜੀ ਮੈਂ ਆਪ ਜੀਆਂ ਨਾਲ ਕੋਈ ਉਲਾਂਭਾ ਨਹੀਂ ਦਿੱਤਾ। ਮੈਂ ਕੋਈ ਆਪ ਜੀਆਂ ਨੂੰ ਉਲਾਣੋ ਦਾ ਅਰਥ ਨੇ ਉਲਾਂਭਾ, ਸਾਹਿਬ ਨੂੰ ਉਲਾਂਭਾ ਦੇਣਾ ਵੀ ਮਾਲਕਾ ਮੇਰੇ ਨਾਲ ਇਹ ਕਿਉਂ ਵਾਪਰਿਆ। ਮਹਾਰਾਜ ਕਹਿੰਦੇ ਨਹੀਂ ਭਾਈ ਉਲਾਣੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਤੁਹਾਡੇ ਹੁਕਮ ਨੂੰ ਮੈਂ ਮਿੱਠਾ ਕਰਕੇ ਮੰਨਿਆ ਹੈ। ਸਾਹਿਬ ਜੀ ਪਾਵਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗੇ ਜਿਸ ਪ੍ਰਕਾਰ ਸਮਝਾਉਂਦੇ ਹਨ। ਨਾਚੇ ਜਥਾ ਨਚਾਵਨ ਕੀਨ। ਕਹਿੰਦੇ ਉਸੇ ਤਰ੍ਹਾਂ ਨੱਚਦੇ ਹਨ ਭਾਈ ਜਿਵੇਂ ਉਹ ਨਚਾ ਰਿਹਾ ਹੈ। ਕਿਸੇ ਪਲਾਵੇ ਕਿਸੇ ਜਿਤਾਵੇ। ਕਹਿੰਦੇ ਕਿਸੇ ਪਲਾਵੇ, ਪਲਾਵੇ ਦੇ ਅਰਥ ਨੇ ਭਾਈ ਕਿਸੇ ਨੂੰ ਉਹ ਹਰਾ ਦਿੰਦਾ ਹੈ ਭਾਈ, ਕਿਸੇ ਨੂੰ ਉਹ ਜਿਤਾ ਦਿੰਦਾ ਹੈ। ਕੋ ਸੋਗੀ ਕੋ ਹਰਖ ਉਪਾਵੇ। ਕੋਈ ਉਹਨਾਂ ਵਿੱਚੋਂ ਸੋਗੀ ਹੋ ਗਿਆ, ਕੋਈ ਉਹਨਾਂ ਵਿੱਚੋਂ ਖੁਸ਼ੀ ਮਨਾ ਰਿਹਾ ਹੈ। ਕਹਿੰਦੇ ਹੈ ਸਾਰਾ ਉਹਦੇ ਹੀ ਭਾਵ ਉਹਦੇ ਰੰਗ ਦੇ ਅੰਦਰ ਹੀ, ਉਹਦੇ ਅਧੀਨ ਹੀ। ਜਬੇ ਸੰਕੋਚੇ ਸਕਲ ਪਸਾਰਾ। ਤੇ ਕਹਿੰਦੇ ਫਿਰ ਜਦੋਂ ਸਾਰਾ ਪਸਾਰਾ ਸੰਕੋਚ ਲੈਂਦਾ ਹੈ, ਜਦੋਂ ਸਾਰਾ ਪਸਾਰਾ ਉਹ ਸੰਕੋਚ ਲੈਂਦਾ ਹੈ, ਇਕੱਠਾ ਕਰ ਲੈਂਦਾ ਹੈ। ਰਹੇ ਇਕਾਕੀ ਕਰਨੇ ਹਾਰਾ। ਤੇ ਕਹਿੰਦੇ ਮਗਰ ਕੌਣ ਰਹਿੰਦਾ ਹੈ? ਜਦੋਂ ਸਾਰਾ ਪਸਾਰਾ ਉਹਨੇ ਇਕੱਠਾ ਕਰ ਲਿਆ, ਮਗਰ ਕੌਣ ਰਹਿ ਗਿਆ ਇਕੱਠਾ ਕਰਨ ਵਾਲਾ? ਕਹਿੰਦੇ ਫਿਰ ਉਹ ਮਗਰ ਕੇਵਲ ਆਪ ਹੀ ਉਹ ਰਹਿ ਜਾਂਦਾ ਹੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ। ਫਿਰ ਪੜੋ ਗੁਰਮੁਖੋ, ਜਦੋਂ ਉਹਨੇ ਆਪਣੇ ਆਪ ਜਦੋਂ ਉਦਕਰਖ ਕੀਤਾ, ਸਾਰਾ ਪਸਾਰਾ ਹੋਇਆ। 10ਵੇਂ ਪਾਤਸ਼ਾਹ ਕਹਿੰਦੇ ਜਬ ਆ ਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇਹ ਧਰ ਸਭੂ। ਜਦੋਂ ਉਹਨੇ ਆ ਕਰਖ ਕਰ ਲਿਆ ਸਾਰੇ ਉਹਦੇ ਵਿੱਚ ਜਾ ਕੇ ਉੱਥੇ ਸਮਾ ਜਾਣਗੇ। ਕੱਲ ਵੀ ਪਾਵਨ ਪਵਿੱਤਰ ਬਚਨਾਂ ਵਿੱਚ ਵਿਚਾਰ ਆਈ ਸੀ 10ਵੇਂ ਪਾਤਸ਼ਾਹ ਜੀਆਂ ਦੇ ਮੁਬਾਰਕ ਬਚਨ। ਕਹਿੰਦੇ ਜਿਸ ਪ੍ਰਕਾਰ ਨਦ ਦੇ ਵਿੱਚੋਂ ਉੱਠਣ ਵਾਲੀਆਂ, ਪਾਣੀ ਵਿੱਚੋਂ ਉੱਠਣ ਵਾਲੀਆਂ ਤਰੰਗਾਂ ਉਸੇ ਦਾ ਰੂਪ ਹਨ। ਪਾਣ ਕੇ ਤਰੰਗ ਸਭੈ ਪਾਣੀ ਕਹਾਏਂਗੇ। ਜੈਸੇ ਇੱਕ आग ते कनूका कोट आग उठा, न्यारे न्यारे होकर फिर आग में मिलाएंगे। जैसे एक धूर ते अनेक धूर पूरत हैं, धूर के कनूका।
ਕਹਿੰਦੇ ਸਾਰੇ ਉਹਦੇ ਵਿੱਚੋਂ ਨਿਕਲਣ ਵਾਲੇ ਉਹਦੇ ਵਿੱਚ ਜਾ ਕੇ ਜਾ ਸਮਾਉਂਦੇ ਹਨ। ਸਤਿਗੁਰੂ ਮਹਾਰਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਰਹਿਮਤ ਕਰਦੇ ਹਨ। ਤਿਮ ਜਾਨੋ ਪਰਮੇਸ਼ਰ ਰੂਪ। ਇਹ ਭਾਈ ਉਸ ਨੂੰ ਪਰਮੇਸ਼ਰ ਜਿਹੜਾ ਬਾਕੀ ਰਹਿ ਗਿਆ ਉਹਨੂੰ ਪਰਮੇਸ਼ਰ ਜਾਣਨਾ ਕਰੋ। ਨਿਜ ਇੱਛਾ ਤੇ ਕਰੇ ਅਨੂਪ। ਉਹ ਕਹਿੰਦੇ ਆਪਣੀ ਇੱਛਾ ਅਨੁਸਾਰ ਜੋ ਉਹਦੀ ਇੱਛਾ ਹੁੰਦੀ ਹੈ ਆਪਣੀ ਇੱਛਾ ਅਨੁਸਾਰ ਕਰਦਾ ਹੈ। ਅਖਿਲ ਚਰ ਅਚਰ ਕੋ ਉਪਜਾਇਓ। ਜਿਸ ਪਰਿਪੂਰਨ ਪਰਮਾਤਮਾ ਜੀਆਂ ਨੇ ਜੜ ਤੇ ਚੇਤਨ ਉਹਨਾਂ ਸਾਰਿਆਂ ਨੂੰ ਉਸ ਪਰਿਪੂਰਨ ਪਰਮਾਤਮਾ ਨੇ ਪੈਦਾ ਕੀਤਾ ਹੈ। ਆਪਨ ਸ਼ਕਤ ਤੇ ਮਦ ਪ੍ਰਵਿਸ਼ਾਇਓ। ਕਹਿੰਦੇ ਫਿਰ ਉਹਨਾਂ ਵਿੱਚ ਆਪਣੀ ਸ਼ਕਤੀ ਵੀ ਪਾ ਦਿੱਤੀ। ਉਹਨਾਂ ਰੁੱਖਾਂ ਵਿੱਚ ਜਿਹੜੇ ਜੜ ਨੇ ਉਹਨਾਂ ਵਿੱਚ ਵੀ ਸਾਹਿਬ ਨੇ ਆਪਣੀ ਸ਼ਕਤੀ ਉਹਨਾਂ ਵਿੱਚ ਵੀ ਪਾ ਦਿੱਤੀ, ਰੁੱਖਾਂ ਵਿੱਚ ਵੀ ਪਾ ਦਿੱਤੀ, ਜੀਆਂ ਵਿੱਚ ਵੀ ਪਾ ਦਿੱਤੀ। ਇਹ ਸਰੀਰਾ ਮੇਰੇ ਹਰ ਤੋਂ ਮੈਂ ਜੋਤ ਧਰੀ। ਤੇਰੇ ਅੰਦਰ ਜੋਤ ਰੱਖੀ ਉਸ ਪਰਿਪੂਰਨ ਪਰਮਾਤਮਾ ਨੇ ਤਾਂ ਤੂੰ ਜਗ ਮੈਂ ਆਇਆ। ਇਸ ਸੰਸਾਰ ਦੇ ਅੰਦਰ ਹੈ ਮੇਰੇ ਸਰੀਰ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਸ ਪ੍ਰਕਾਰ ਬਚਨ ਕਰਦੇ ਹਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਰਹਿਮਤ ਕਰਨ ਲੱਗੇ ਕਹਿੰਦੇ ਜੜ ਚੇਤਨ ਉਸੇ ਨੇ ਬਣਾਏ ਫਿਰ ਉਹਨਾਂ ਵਿੱਚ ਆਪਣੀ ਜੋਤ ਰੱਖ ਦਿੱਤੀ ਹੈ। ਚੇਤਨਤਾ ਜੀਵਨ ਕੋ ਹੋਈ। ਔਰ ਫਿਰ ਜੀਵਨ ਅੰਦਰ ਭਾਵ ਉਹ ਚੇਤਨਤਾ ਹੋਈ ਹੈ। ਕਿਰਿਆ ਕਰਤ ਜਿਸ ਤੇ ਸਭ ਕੋਈ। ਜਿਹਦੇ ਨਾਲ ਜੀਵ ਸੰਸਾਰ ਦੇ ਅੰਦਰ ਭਾਈ ਕਿਰਿਆ ਕਰਦੇ ਹਨ। ਕਾਹਦੇ ਨਾਲ ਕਰਦੇ ਹਨ ਭਾਈ? ਉਹਦੀ ਚੇਤਨਤਾ ਦੇ ਨਾਲ, ਉਹਦੀ ਲਾਈਟ ਦੇ ਨਾਲ, ਉਹਦੀ ਪਿੱਛੋਂ ਜਿਹੜੀ ਬਿਜਲੀ ਆ ਰਹੀ ਹੈ, ਜਿਹੜੀ ਪਿੱਛੋਂ એનર્ਜੀ ਤਾਕਤ ਆ ਰਹੀ ਹੈ। ਪ੍ਰਾਣੀ ਦੀ ਮੌਤ ਹੋਈ, ਹੱਡੀਆਂ ਘਟੀਆਂ ਵਿੱਚੋਂ ਨਹੀਂ ਭਾਈ, ਹੱਡੀਆਂ ਵੀ ਓਨੀਆਂ ਹਨ। ਖੂਨ ਘਟ ਗਿਆ ਨਹੀਂ ਭਾਈ, ਖੂਨ ਵੀ ਓਨਾ ਹੈ। ਪਰ ਮਹਾਰਾਜ ਕਹਿੰਦੇ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ। ਕੁਛ ਤਾਂ ਸੀ ਨਾ ਜਿਹੜਾ ਵਿੱਚੋਂ ਘਟ ਗਿਆ। ਹੱਡੀਆਂ ਵੀ ਨਹੀਂ, ਹੱਡੀਆਂ ਓਨੀਆਂ ਨੇ, ਖੂਨ ਓਨਾ ਹੈ। ਪਰ ਕੁਛ ਤਾਂ ਐਸਾ ਸੀ ਜਿਹੜਾ ਵਿੱਚ ਬੋਲ ਰਿਹਾ ਸੀ, ਜਿਹੜਾ ਵਿੱਚੋਂ ਹੁਣ ਮਨਫੀ ਹੋ ਗਿਆ, ਜਿਹੜਾ ਵਿੱਚੋਂ ਉਡਾਰੀ ਮਾਰ ਗਿਆ ਪੌਰ। ਮਹਾਰਾਜ ਇੱਥੇ ਕਹਿ ਰਹੇ ਨੇ ਕਹਿੰਦੇ ਜਦੋਂ ਉਹਨੇ ਆਪਣੀ ਚੇਤਨਤਾ ਜੀਵਨ ਕੋ ਹੋਈ, ਜਦੋਂ ਵਿੱਚ ਆਪਣੀ ਚੇਤਨਤਾ ਪਾਈ ਫਿਰ ਸਾਰੇ ਜੀਵ ਉਹਦੇ ਨਾਲ ਕਿਰਿਆ ਕਰਦੇ ਹਨ। ਦੁੱਖ ਸੁਖ ਤੇਵੈ ਬਿਕਮ ਮਹਾਨੀ। ਔਰ ਕਹਿੰਦੇ ਉਹਨਾਂ ਦੁੱਖਾਂ ਤੋਂ ਉਹਨਾਂ ਸੁੱਖਾਂ ਤੋਂ ਚੱਲਦਿਆਂ ਜੀਵ ਨੂੰ ਵੱਡੇ ਕਸ਼ਟ ਹੁੰਦੇ ਹਨ। ਇਸ ਮੈਂ ਕਰਮ ਹੀਤਤਾ ਜਾਣੀ। ਇਹਨਾਂ ਅੰਦਰ ਕਰਮ ਪ੍ਰਧਾਨ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਰਹਿਮਤ ਕਰਦੇ ਹਨ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਮਹਾਰਾਜ ਕਹਿ ਰਹੇ ਨੇ ਫਿਰ ਪੰਕਤੀ ਸਰਵਣ ਕਰੋ ਇਹ ਵਾਲੀ। ਕਹਿੰਦੇ ਵਿਛੜੇ ਅਸੀਂ ਆਪਣੇ ਕਰਮਾਂ ਕਰਕੇ ਹਾਂ ਤੇ ਮਿਲਾਂਗੇ ਤੇਰੀ ਕਿਰਪਾ ਨਾਲ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਕਹਿੰਦੇ ਇਸ ਮੈਂ ਕਰਮ ਹੇਤਤਾ, ਇਹਦੇ ਅੰਦਰ ਕਰਮ ਪ੍ਰਧਾਨ ਹੈ। ਜਬ ਚਾਹਤ ਇਨ ਲੈ ਕੋ ਕਰਬੇ। ਜਦੋਂ ਪਰਮੇਸ਼ਰ ਚਾਹੁੰਦਾ ਹੈ ਤੇ ਇਹਨਾਂ ਜੀਆਂ ਨੂੰ ਲੈ ਕਰ ਦਿੰਦਾ ਹੈ। ਜਦੋਂ ਉਹਦਾ ਹੁਕਮ ਆਵੇ, ਜਦੋਂ ਉਹਦਾ ਸੁਨੇਹਾ ਆਵੇ, ਉਹ ਆਪਣੇ ਵਿੱਚ ਇਹਨਾਂ ਜੀਆਂ ਨੂੰ ਮਿਲਾ ਲੈਂਦਾ ਹੈ। ਭਾਈ ਉਹ ਪੁੱਛਦਾ ਨਹੀਂ ਕਿਸੇ ਨੂੰ। ਕਿਉਂ? ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਮਾਰੂ ਸੋਹਲਿਆਂ ਦੇ ਅੰਦਰ ਪਾਵਨ ਪਵਿੱਤਰ ਬਚਨ ਹਨ। ਸੰਗੀ ਜੋਗੀ ਨਾਰ ਲਪਟਾਣੀ ਤੋਂ ਉੱਥੇ ਆਰੰਭ ਹੁੰਦੇ ਹਨ। ਕਹਿੰਦੇ ਸਾਰੇ ਉਹਦੇ ਵਸ ਦੇ ਅੰਦਰ ਹਨ। ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰੈ ਸੁਖ ਵਾਸੀ ਬਾਲ ਗੋਪਾਲੇ, ਤੁਝਾ ਬਿਨਾ ਓਕੇ ਤੀਨਾ ਲੇਖਾ, ਵਚਨ ਦੇ ਛੋੜ ਨਾ ਜਾਸਾ ਹੈ। ਅੱਗੇ ਸ਼ਬਦ ਨੇ ਪਿਰ ਕਹਿਆ ਹੋ ਹੁਕਮੀ ਬੰਦਾ। ਪਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਨ ਨਾ ਛੰਦਾ। ਜਿਚਰ ਰੱਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਉਹ ਭਾਰੋ ਠਾਕੁਰ, ਉਹ ਬਾਜ਼ੀਗਰ, ਉਹ ਪਰਿਪੂਰਨ ਪਰਮਾਤਮਾ, ਉਹ ਲੈ ਕਰਨ ਵਾਲਾ। ਜਬ ਚਾਹਤ ਇਨ ਲੈਬ ਕੋ ਕਰਬੇ, ਜਦੋਂ ਦਾ ਚਿੱਤ ਕਰਦਾ ਹੈ। ਕਿਉਂ? ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ। ਉਹਨੂੰ ਕਿਸੇ ਦੀ ਕੋਈ ਕਾਣ ਹੈ ਹੀ ਨਹੀਂ। ਜਦੋਂ ਦਾ ਹੁਕਮ ਆਇਆ ਚੱਲ ਬਾਈ ਠੀਕ ਹੈ ਜੀ, ਉਹਨੂੰ ਭਾਵ ਕਿਸੇ ਤੋਂ ਪੁੱਛਣ ਦੀ ਲੋੜ ਕੋਈ ਨਹੀਂ। ਕਿਉਂ? ਪੂਰੇ ਕਾ ਕੀਆ ਸਭ ਕਿਛ ਪੂਰਾ, ਘਟ ਵੱਧ ਕਿਛ ਨਹੀਂ। ਉਹਦਾ ਕੀਤਾ ਪੂਰਾ ਹੈ। ਆਪਾਂ ਕੋਈ ਘਰ ਛੋਟਾ ਮੋਟਾ ਪ੍ਰੋਗਰਾਮ ਵਿੱਢਣਾ ਹੋਵੇ
ਆਪਾਂ ਕਹਿੰਦੇ ਆ ਵੀ ਕੋਈ ਨਹੀਂ, ਘਰ ਬਰਾਦਰੀ ਸ਼ਰੀਕੇ ਤੋਂ ਸਲਾਹ ਲੈ ਲਓ, ਕੋਈ ਦੋਸਤ ਮਿੱਤਰ ਹੈ ਤੁਸੀਂ ਉਹਦੇ ਤੋਂ ਸਲਾਹ ਲੈ ਲਓ ਵੀ ਕਿਵੇਂ ਕੰਮ ਕਰਨਾ। ਕਹਿੰਦੇ ਉਹ ਕਿਸੇ ਤੋਂ ਸਲਾਹ ਨਹੀਂ ਲੈਂਦਾ। ਕਿਉਂ? ਕਹਿੰਦੇ ਉਹ ਪੂਰਾ ਹੈ, ਸਲਾਹ ਅਧੂਰਾ ਲੈਂਦਾ ਹੈ। ਆਪਾਂ ਪੜ੍ਹਨੇ ਆ ਨਾ, ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਹ ਪੂਰਾ ਹੈ, ਅਧੂਰੇ ਸਲਾਹ ਲੈਂਦੇ ਹਨ, ਪੂਰਾ ਕਿਸੇ ਤੋਂ ਸਲਾਹ ਵੀ ਨਹੀਂ ਲੈਂਦਾ, ਉਹਨੂੰ ਸਲਾਹ ਲੈਣ ਦੀ ਲੋੜ ਵੀ ਨਹੀਂ। ਮਾਲਕ ਕਹਿੰਦੇ ਪੂਰੇ ਕਾ ਕੀਆ ਸਭ ਕੁਝ ਪੂਰਾ ਹੈ। ਜਦੋਂ ਉਹਦਾ ਹੁਕਮ ਆਇਆ ਭਾਈ ਉਹ ਆਪਣੇ ਵਿੱਚ ਲੈ ਵੀ ਕਰ ਲੈਂਦਾ ਹੈ। ਅਖਿਲ ਬਿਨਾਸੇ ਏਕੋ ਥਿਰਬੇ, ਸਾਰਾ ਨਾਸ਼ਮਨ ਹੋ ਜਾਂਦਾ ਹੈ, ਇੱਕੋ ਥਿਰਬੇ ਭਾਵ ਇੱਕ ਬਾਕੀ ਰਹਿੰਦਾ ਹੈ। ਉਤਪਤ ਕੌਣ ਰੂਪ ਏਉ ਹੋਏ, ਭਾਵ ਇਹ ਜੀਵ ਸੰਸਾਰ ਦੇ ਅੰਦਰ ਕੌਣ। ਫਿਰ ਅੱਗੇ ਜੋਗੀ ਪ੍ਰਸ਼ਨ ਕਰਦਿਆ ਹੈ, ਕੌਣ ਸੰਸਾਰ ਦੇ ਅੰਦਰ ਉਤਪਨ ਕੌਣ ਹੁੰਦਾ ਹੈ? ਕਹੋ ਵਿਨਾਸ਼ ਮਾਨ ਹੈ ਕੋਏ। ਹੁਣ ਜੋਗੀ ਨੇ ਦੂਸਰਾ ਮਹਾਰਾਜ ਜੀਆਂ ਨੂੰ ਜੋਗੀ ਜੀ ਪੁੱਛਦੇ ਨੇ, ਪਾਤਸ਼ਾਹ ਫਿਰ ਇਹ ਜੰਮਦਾ ਕੌਣ ਹੈ ਤੇ ਮਰਦਾ ਕੌਣ ਹੈ, ਜਾਂਦਾ ਕੌਣ ਹੈ? ਸਤਿਗੁਰੂ ਮਹਾਰਾਜ ਜੀ ਨੂੰ ਇਹ ਪੁੱਛ ਕੀਤੀ ਹੈ। ਇਸ ਪਰ ਸੁਨੋ ਅਪਰ ਦ੍ਰਿਸ਼ਟਾਂਤ। ਮਹਾਰਾਜ ਕਹਿੰਦੇ ਭਾਈ ਇਹਦੇ ਤੇ ਹੁਣ ਤੁਸੀਂ ਹੋਰ ਦ੍ਰਿਸ਼ਟਾਂਤ ਸਰਵਣ ਕਰੋ। ਜਿਸ ਬਿਦੋਏ ਸੁਨੋ ਸਭ ਭਾਂਤ, ਕਿਵੇਂ ਹੁੰਦਾ ਹੈ ਭਲੀ ਭਾਂਤ ਤੁਸੀਂ ਸੁਣਨਾ ਕਰੋ। ਜਲ ਤੇ ਅਧਿਕ ਤਰੰਗ ਉਠਨ ਤੇ, ਜਿਸ ਪ੍ਰਕਾਰ ਇੱਕ ਵੱਡੇ ਸਮੁੰਦਰ ਅੰਦਰ ਜਲ ਦੇ ਅੰਦਰ ਤਰੰਗਾਂ ਉਪਜਦੀਆਂ ਹਨ, ਲਹਿਰਾਂ ਉੱਠਦੀਆਂ ਹਨ। ਲਘੂ ਦੀਰਘ ਵੈ ਪੁਨ ਬਿਨ ਸੰਤੇ, ਕੋਈ ਵੱਡੀਆਂ ਨੇ ਕੋਈ ਛੋਟੀਆਂ, ਤੇ ਫਿਰ ਵਿੱਚੋਂ ਉਹ ਜਦੋਂ ਹਵਾ ਰੁਕ ਗਈ ਫਿਰ ਉਹ ਵਿੱਚ ਪਾਣੀ ਵਿੱਚ ਹੀ ਜਾ ਸਮਾਉਂਦੀਆਂ ਹਨ। ਕੋਈ ਵੱਡੀਆਂ ਕੋਈ ਲਘੂ ਕੋਈ ਦੀਰਘ, ਕੋਈ ਫਿਰ ਉਸ ਤੋਂ ਬਾਅਦ ਉਹ ਬਿਨਸ ਜਾਂਦੀਆਂ ਹਨ। ਭਈ ਤਰੰਗ ਅਹੈ ਜਲ ਸੋਈ। ਤੇ ਮਹਾਰਾਜ ਕਹਿੰਦੇ ਦੱਸੋ ਭਾਈ ਜਿਹੜਾ ਉਹ ਤਰੰਗਾਂ ਹਨ ਕੀ ਜਲ ਤੋਂ ਵੱਖਰੀਆਂ ਹਨ? ਨਹੀਂ ਭਾਈ, ਉਸੇ ਦਾ ਹੀ ਰੂਪ ਹਨ। ਨਾਮ ਮਾਤਰ ਇੱਕ ਤਿੰਨ ਕੋ ਹੋਈ, ਕੇਵਲ ਉਹ ਤਾਂ ਨਾਮ ਮਾਤਰ ਨਾਮ ਸਰੂਪ ਹੀ ਵੱਖਰੀਆਂ ਹਨ। ਜਲ ਹੈ, ਤਰੰਗ ਹੈ, ਫੇਨ ਬੁੱਧ-ਬੁੱਧਾ ਹੈ। ਪਾਵਨ ਪਵਿੱਤਰ ਗੁਰਦੇਵ ਜੀਆਂ ਨੇ ਨੇਕਾਂ ਥਾਵਾਂ ਤੇ ਬਚਨ ਵਰਤੇ, ਜਲ ਤਰੰਗ ਅਰ ਫੇਨ ਬੁੱਧ-ਬੁੱਧਾ ਜਲ ਤੇ ਭਿੰਨ ਨਾ ਹੋਈ। ਭਾਈ ਉਹ ਭਿੰਨ ਨਹੀਂ ਹਨ, ਉਹ ਵੱਖਰੀਆਂ ਨਹੀਂ ਹਨ, ਨਾਮ ਸਰੂਪ ਵੱਖਰੀਆਂ ਹਨ ਕੇਵਲ। ਜੇ ਨੈ ਜਾਣਤ ਸੋ ਇਮ ਕਈ, ਤੇ ਭਾਈ ਜੇ ਕੋਈ ਅਗਿਆਨਤਾ ਵਸ ਨਹੀਂ ਜਾਣਦਾ ਉਸ ਬੁੱਧ-ਬੁੱਧੇ ਨੂੰ, ਬੁਲਬੁਲੇ ਨੂੰ, ਜਾਂ ਫੇਨ ਝੱਗ ਨੂੰ, ਜਾਂ ਤਰੰਗ ਨੂੰ, ਜੇ ਕੋਈ ਇਹਨਾਂ ਨੂੰ ਵੱਖਰਾ ਨਹੀਂ ਜਾਣਦਾ ਅਣਜਾਣ ਪੁਣੇ ਵਸ, ਪਇਓ ਤਰੰਗ ਸੋ ਜਲ ਵੈ ਨਹੀਂ। ਉਹ ਕਹੇਗਾ ਵੀ ਇਹ ਤਰੰਗ ਜਲ ਤੋਂ ਵੱਖਰੀ ਹੈ, ਇਹ ਜਲ ਵੱਖਰਾ ਹੈ। ਜੋ ਜਲ ਜਾਣੇ ਅਖਿਲ ਤਰੰਗ, ਇਹ ਭਾਈ ਜਿਹੜਾ ਫਿਰ ਇਹ ਜਾਣਦਾ ਹੈ ਕਿ ਜਿਹੜਾ ਇਹ ਜਲ ਭਾਵ ਇਹ ਤਰੰਗਾ ਇੱਕ ਰੂਪ ਹੀ ਹਨ। ਸਿੱਧ ਕਰੇ ਕਾਰਜ ਸਰਬੰਗ, ਔਰ ਭਾਈ ਉਸੇ ਤਰ੍ਹਾਂ ਹੀ ਉਹ ਕਾਰਜ ਸਰਬੰਗ ਭਾਵ ਕਾਰਜ ਸਿੱਧ ਹੁੰਦੇ ਹਨ। ਪਾਨ ਇਸ਼ਨਾਨ ਕਰੇ ਸਭ ਰੀਤ, ਔਰ ਉਸੇ ਜਲ ਤੋਂ ਭਾਵ ਉਹ ਜੋ ਤਰੰਗਾ ਉਸੇ ਜਲ ਦੇ ਅੰਦਰ ਜੋ ਤਰੰਗਾ ਉਪਜੀਆਂ ਹਨ, ਭਾਵ ਫਿਰ ਉਸੇ ਜਲ ਦੇ ਨਾਲ ਜੀਵ ਇਸ਼ਨਾਨ ਪਾਣ ਕਰਕੇ ਤ੍ਰਿਖਾ ਮਲਿਨਤਾ ਬਿਨ ਵੈ ਨੀਤ, ਔਰ ਉਹਦੇ ਤੋਂ ਭਾਵ ਫਿਰ ਜੀਵਨ ਅੰਦਰ ਇਸ਼ਨਾਨ ਪਾਣ ਵੀ ਕੀਤਾ, ਤਨ ਦੀ ਮਲੀਨਤਾ ਭਾਵ ਤਨ ਵੀ ਸਾਫ਼ ਕੀਤਾ। ਅਪਰ ਤੀਸਰੋ ਜੋਗੀ ਸੁਨੋ, ਹੇ ਜੋਗੀ ਜੀ ਹੁਣ ਤੁਸੀਂ ਤੀਸਰਾ ਸੁਣੋ। ਸ਼ੁਭ ਦ੍ਰਿਸ਼ਟਾਂਤ ਹਿਰਦੇ ਇਮ ਗੁਨੋ, ਔਰ ਇਸ ਸ਼ੁਭ ਦ੍ਰਿਸ਼ਟਾਂਤ ਨੂੰ ਆਪਣੇ ਹਿਰਦੇ ਅੰਦਰ ਵਿਚਾਰਨਾ ਕਰੋ। भगत रविदास साहिब जी, जब हम होते तब तुम नाही, अब तू ही मैं नाही, अनल अगम जैसे लहर में ओदत, जल केवल जल माही। माधवे क्या कहिए परम ऐसा, जैसा मानिए होए ना तैसा। भाव जिद्दां असी मनदे हां उदां नहीं, ਕਾਰਨ ਕਹਿੰਦੇ ਇਹ ਭਰਮ ਹੈ। ਮਾਧਵੇ ਕਿਆ ਕਹੀਏ ਭਰਮ ਐਸਾ। ਹੇ ਮੇਰੇ ਮਾਲਕ ਜੀ, ਇਹ ਜੀਵ ਦੇ ਭਰਮ ਕਰਕੇ ਹੀ ਜੀਵ ਨੂੰ ਵੱਖਰਾ ਜਾਪਦਾ ਹੈ।
ਹੁਣ ਸਤਿਗੁਰੂ ਜੀ ਕਹਿੰਦੇ ਜੋਗੀ ਜੀ ਤੁਸੀਂ ਹੁਣ ਤੀਸਰਾ ਦ੍ਰਿਸ਼ਟਾਂਤ ਵੀ ਸੁਣਨਾ ਕਰੋ। ਕੰਚਨ ਏਕ ਬਨਿਓ ਬਹੁ ਪਾਤ। ਪਹਿਲਾ ਪਾਤਸ਼ਾਹ ਜੀਆਂ ਨੇ ਬਾਜ਼ੀਗਰ ਦੀ ਉਦਾਹਰਣ ਦਿੱਤੀ, ਦੂਸਰੀ ਉਦਾਹਰਣ ਗੁਰਦੇਵ ਜੀਆਂ ਨੇ ਜਲ ਤਰੰਗ ਦੀ ਦਿੱਤੀ। ਹੁਣ ਮਹਾਰਾਜ ਤੀਸਰੀ ਉਦਾਹਰਣ ਪ੍ਰਾਰੰਭ ਕਰਨ ਲੱਗੇ ਹਨ। ਸਤਿਗੁਰੂ ਮਹਾਰਾਜ ਜੀਆਂ ਨੇ ਹੁਣ ਤੀਸਰੀ ਉਦਾਹਰਣ ਆਰੰਭ ਦੇ ਅੰਦਰ ਬਚਨ ਕੀਤੇ। ਕਹਿੰਦੇ ਹੁਣ ਸੋਨੇ ਤੋਂ ਵੱਖ-ਵੱਖ ਤਰ੍ਹਾਂ ਦੇ ਗਹਿਣੇ ਭੂਖਣ ਬਣੇ ਹਨ। ਕੁੰਡਲ ਕਟਿਕ ਆਦ ਦਰਸਾਤ। ਕਹਿੰਦੇ ਇਹਦੇ ਵਿੱਚੋਂ ਕੜਾ, ਇਹਦੇ ਵਿੱਚੋਂ ਵੰਗ, ਇਹਦੇ ਵਿੱਚੋਂ ਹੋਰ ਜਿਹੜੇ ਵੱਖ-ਵੱਖ ਗਹਿਣੇ ਹਨ ਜਾਪਦੇ ਉਹ ਵੱਖਰੇ ਵੱਖਰੇ ਹਨ। ਇੱਕ ਸੋਨੇ ਤੋਂ ਅਨੇਕਾਂ ਕੁਝ ਬਣ ਗਿਆ। ਗੁਰਦੇਵ ਜੀਆਂ ਨੇ ਕਨਕ ਭੂਖਨ ਕੀਨੇ ਬਹੁ ਰੰਗਾ ਦੇ ਅਰਥ ਨੇ ਵੱਖ-ਵੱਖ ਵਿੱਚੋਂ ਗਹਿਣੇ ਬਣ ਗਏ। ਕੋਈ ਕੜਾ ਬਣ ਗਿਆ, ਵੰਗ ਬਣ ਗਈ, ਛਾਪ ਬਣ ਗਿਆ, ਅਨੇਕਾਂ ਤਰ੍ਹਾਂ ਦੇ। ਕਹਿੰਦੇ ਉਹਦੇ ਵਿੱਚੋਂ ਉਹ ਗਹਿਣੇ ਬਣੇ ਤੇ ਕੋਈ ਅਣਜਾਣ ਪੁਣੇ ਵਸ ਕਵੇ ਵੀ ਇਹ ਵੱਖਰੇ ਵੱਖਰੇ ਹਨ। ਕੋਈ ਅਣਜਾਣ ਪੁਣੇ ਵਸ ਕਹੇ ਕੋਈ ਵੱਖਰੇ ਵੱਖਰੇ ਹਨ। ਨਹੀਂ ਭਾਈ, ਉਹ ਵੱਖਰੇ ਨਹੀਂ ਹਨ ਭਾਈ, ਉਹ ਇੱਕੋ ਹਨ। ਕੁਮਾਰਾ ਏਕ ਜੋ ਮਾਟੀ ਗੂੰਦੀ ਬਹੁ ਬਿਦ ਬਾਨੀ ਲਾਈ। ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ। ਕੁਮਾਰਾ ਏਕ ਜੋ ਮਾਟੀ ਗੂੰਦੀ, ਉਹਨੇ ਬਣਾਏ ਨੇ ਘੜੇ, ਉਹਨੇ ਬਣਾਏ ਹਨ। ਉਹਨੇ ਬਣਾਉਣ ਵਾਲੇ ਨੇ ਵੱਖਰੇ ਵੱਖਰੇ ਬਰਤਨ ਵੱਖਰੇ ਵੱਖਰੇ ਬਣਾ ਦਿੱਤੇ, ਪਰ ਮਿੱਟੀ ਇੱਕੋ, ਆਕਾਰ ਵੱਖਰੇ ਕਰ ਦਿੱਤੇ। ਜਿਵੇਂ ਕੱਲ ਵੀ ਗਿਆਨੀ ਜੀ ਬਚਨ ਕਰ ਰਹੇ ਸਨ ਕਥਾ ਵਿਚਾਰ ਵਿੱਚ। ਇਹ ਬਣਾਉਣ ਵਾਲਾ ਕੌਣ ਹੈ? ਸਾਹਿਬ ਹੀ ਤਾਂ ਬਣਾਉਣ ਵਾਲਾ ਹੈ। ਕੋਈ ਮੋਟੇ ਬਣਾ ਦਿੱਤੇ, ਕੋਈ ਲੰਬੇ ਬਣਾ ਦਿੱਤੇ ਸਾਹਿਬ ਨੇ। ਭਾਈ ਵੀਰ ਸਿੰਘ ਜੀ ਦੀ ਉਦਾਹਰਨ ਕਈ ਵਾਰੀ ਪ੍ਰਕਰਨ ਅਨੁਸਾਰ ਦਿੱਤੀ। ਕਹਿੰਦੇ ਕੋਈ ਗਿਆ ਕੁਮਾਰ ਵੀਰ ਕੋਲੋਂ ਭਾਂਡਾ ਖਰੀਦਣ ਵਾਸਤੇ, ਘੜਾ ਲੈਣ ਵਾਸਤੇ ਉਹਦੇ ਘਰ ਗਿਆ। ਕਹਿੰਦੇ ਜੀ ਮੈਨੂੰ ਗਰਮੀਆਂ ਵਾਸਤੇ ਘੜਾ ਚਾਹੀਦਾ ਹੈ ਪਾਣੀ ਰੱਖਣ ਵਾਸਤੇ। ਉਹਨੇ ਕਿਹਾ ਜਾ ਤੂੰ ਆਪ ਹੀ ਅੰਦਰ ਜਾ ਕੇ ਵੇਖਿਆ, ਜਿਹੜਾ ਤੈਨੂੰ ਠੀਕ ਲੱਗਦਾ ਤੂੰ ਲੈ ਆ। ਭਾਈ ਵੀਰ ਸਿੰਘ ਨੂੰ ਕਵਿਤਾ ਦਾ ਰੂਪ ਦਿੰਦੇ ਨੇ। ਸੁਣਨਾ ਇਸ ਬਾਤ ਨੂੰ, ਇਸ ਨੂੰ ਉਦਾਹਰਨ ਨੂੰ ਸਮਝਣਾ ਗੁਰਮੁਖੋ। ਕਹਿੰਦੇ ਉਹ ਘੜਾ ਲੈਣ ਵਾਸਤੇ ਜਿਹੜਾ ਖਰੀਦਣ ਵਾਸਤੇ ਗਿਆ, ਗਾਹਕ ਆਪ ਹੀ ਪਿਛਲੇ ਅੰਦਰ ਕੋਠੀ ਵਿੱਚ ਪਿੱਛੇ ਚਲਾ ਗਿਆ। ਇੱਕ ਉਹਨੇ ਘੜਾ ਚੁੱਕਿਆ, ਟਣਕਾ ਕੇ ਵੇਖਿਆ, ਜਾਪਿਆ ਵੀ ਇਹ ਕੱਚਾ ਹੈ, ਪੱਕਾ ਨਹੀਂ ਚੰਗੀ ਤਰ੍ਹਾਂ, ਉਹਨੂੰ ਰੱਖ ਦਿੱਤਾ। ਦੂਸਰਾ ਵੇਖਿਆ, ਉਹਨੂੰ ਵੇਖ ਕੇ ਕਹਿਣ ਲੱਗਾ ਨਹੀਂ ਇਹਦਾ ਆਕਾਰ ਸਹੀ ਨਹੀਂ ਹੈ, ਰੱਖਿਆ ਨਹੀਂ ਜਾਣਾ ਥਾਂ ਤੇ, ਡਿੱਗ ਜਾਏਗਾ। ਵੇਖ ਕੇ ਤੀਸਰੇ ਨੂੰ ਵੇਖਿਆ, ਉਹਨੂੰ ਠੀਕ ਲੱਗਾ, ਪਰ ਜਦੋਂ ਚੱਪਣੀ ਲੱਗਾ ਰੱਖਣ ਉਹਦੇ ਤੇ ਚੱਪਣੀ ਪੂਰੀ ਨਾ ਆਵੇ। ਸਾਰੇ ਰੱਖ ਕੇ ਕਿਸੇ ਵਿੱਚ ਕੋਈ ਨੁਕਸ ਕੱਢ ਦਿੱਤਾ। ਕਿਸੇ ਨੂੰ ਕਿਹਾ ਇਹ ਕੱਚਾ, ਕਿਸੇ ਨੂੰ ਕਿਹਾ ਜ਼ਿਆਦਾ ਪੱਕ ਗਿਆ, ਕਿਸੇ ਤੇ ਕਿਹਾ ਚੱਪਣੀ ਪੂਰੀ ਨਹੀਂ ਆਉਂਦੀ। ਜਦੋਂ ਰੱਖ ਕੇ ਬਾਹਰ ਆਉਣ ਲੱਗਾ, ਭਾਈ ਵੀਰ ਸਿੰਘ ਉੱਥੇ ਕਵਿਤਾ ਲਿਖਦੇ ਹਨ। ਕਹਿੰਦੇ ਫਿਰ ਅੰਦਰੋਂ ਘੜਿਆਂ ਦੀ ਆਵਾਜ਼ ਆਈ, ਸਾਨੂੰ ਖਰੀਦਣ ਵਾਲਿਆ ਮੈਨੂੰ ਇੱਕ ਗੱਲ ਦੱਸ ਕੇ ਜਾਈ, ਕੀ ਅਸੀਂ ਆਪਣੇ ਆਪ ਬਣ ਗਏ ਹਾਂ? ਤੂੰ ਸਾਡੇ ਵਿੱਚ ਇਹ ਨੁਕਸ ਕੱਢ ਦਿੱਤਾ ਹੈ ਵੀ ਇਹ ਕੱਚਾ ਹੈ, ਇਹ ਪੱਕਾ ਹੈ, ਸਹੀ ਨਹੀਂ ਬਣਿਆ। ਸਾਡੇ ਵਿੱਚ, ਸਾਡੇ ਨੈਣ ਨਕਸ਼ ਵਿੱਚ ਤੂੰ ਅਨੇਕਾਂ ਔਗਣ ਕੱਢ ਕੇ ਚੱਲਾ ਹੈ, ਪਰ ਸਾਨੂੰ ਦੱਸ ਤਾਂ ਜਾ ਕਿ ਅਸੀਂ ਆਪਣੇ ਆਪ ਬਣੇ ਆ। ਬਣਾਉਣ ਵਾਲਾ ਤਾਂ ਇੱਕ ਉਹ ਹੈ ਨਾ ਸਾਨੂੰ। ਤਾਂ ਹੀ ਜਿਹੜੇ ਗੁਰਮੁਖ ਪਿਆਰੇ, ਗੁਰਮੁਖ ਸਵਾਰੇ ਕਹਿੰਦੇ ਨੇ, ਕਹਿੰਦੇ ਕਿਸੇ ਦੇ ਨੈਣ ਨਕਸ਼, ਕਿਸੇ ਦੇ ਰੰਗ ਰੂਪ, ਕਿਸੇ ਦੇ ਸਰੀਰ ਦੇ ਆਕਾਰ ਤੇ ਕਦੇ ਕੋਈ ਮਖੌਲ ਨਾ ਕਰੇ, ਕਿਉਂਕਿ ਉਹ ਮਖੌਲ ਸਿੱਧਾ ਪਰਿਪੂਰਨ ਪਰਮਾਤਮਾ ਨੂੰ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂ? ਬਣਾਉਣ ਵਾਲਾ ਕੌਣ ਹੈ ਭਾਈ? ਉਹ ਤਾਂ ਬਣਾਇਆ ਉਸੇ ਨੇ ਬਣਾਇਆ ਨਾ। ਕੋਈ ਆਪਣੀ ਮਰਜ਼ੀ ਨਾਲ ਥੋੜੀ ਘਾੜਤ ਘੜੀ ਗਈ ਵੀ ਮੇਰੇ ਸਰੀਰ ਦੀ ਘਾੜਤ ਇਹ ਹੋਵੇਗੀ, ਮੇਰਾ ਰੰਗ ਰੂਪ ਇਹ ਹੋਵੇਗਾ। ਕੁਮਾਰਾ ਏਕ ਜੋ ਮਾਟੀ ਗੂੰਦੀ ਬਹੁ ਬਿਦ ਬਾਨੀ ਲਾਈ। ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ।
ਭਾਈ ਵੀਰ ਸਿੰਘ ਨੇ ਦੀ ਬੜੀ ਇੱਕ ਪਿਆਰੀ ਨਜ਼ਮ ਉਹਨਾਂ ਨੇ ਕਵਿਤਾ ਇਸ ਪਰ ਕਰਨ ਤੇ ਲਿਖੀ ਕਿ ਬਣਾਉਣ ਵਾਲਾ ਕਿਸੇ ਨੂੰ ਸਾਹਿਬ ਨੇ ਬਣਾਇਆ, ਸਾਰਿਆਂ ਦੇ ਅੰਦਰ ਚੇਤਨਤਾ ਤਾਂ ਉਸੇ ਦੀ ਹੈ ਨਾ, ਪਰਿਪੂਰਨ ਪਰਮਾਤਮਾ ਦੀ। ਇੱਥੇ ਕਹਿਣ ਲੱਗੇ ਭਾਈ ਤੁਸੀਂ ਦ੍ਰਿਸ਼ਟਾਂਤ ਸੁਣੋ, ਕੋਈ ਮਾਲਕ ਜੀ ਨੇ ਵਾਲੀਆਂ ਬਣਾ ਦਿੱਤੀਆਂ, ਉਸ ਸੋਨੇ ਦੇ ਵਿੱਚੋਂ ਬਣਾਉਣ ਵਾਲੇ ਸੁਨਿਆਰ ਵੀਰ ਨੇ ਕੋਈ ਵਿੱਚੋਂ ਕੜੇ ਬਣਾ ਦਿੱਤੇ। ਕੰਚਨ ਨਾਮ ਛੋਰ ਕਰ ਕਹੀ, ਉਸ ਸੋਨੇ ਫਿਰ ਉਸ ਡਲੀ ਨੂੰ ਸੋਨੇ ਦਾ ਨਾਮ ਛੱਡ ਕਰਕੇ ਫਿਰ ਜਿਹੜਾ ਉਹਦਾ ਸਰੂਪ ਬਣਿਆ ਹੈ, ਜੋ ਵੀ ਉਹਦਾ ਸਰੂਪ ਬਣਿਆ, ਕੜਾ ਬਣਿਆ, ਵੰਗ ਬਣੀ, ਫਿਰ ਉਹਦੇ ਨਾਮ ਨਾਲ ਉਹਨੂੰ ਪੁਕਾਰਦੇ ਹਾਂ। ਇਹੀ ਕਟਕ ਇਹ ਕੁੰਡਲ ਅਹੇ, ਕਹਿੰਦੇ ਨੇ ਇਹ ਕਟਕ ਹੈ, ਇਹ ਕੁੰਡਲ ਹੈ, ਇਹ ਵੱਖਰੇ ਵੱਖਰੇ ਉਹਨਾਂ ਨੂੰ ਭਾਸਦੇ ਹਨ। ਜੇ ਸਰਾਫ ਪਰਖਨ ਤੈ ਕਰੇ, ਕਹਿੰਦੇ ਜੇ ਉਹਨੂੰ ਸਰਾਫ ਸੁਨਿਆਰ ਵੀਰ ਪਰਖ ਨਾ ਕਰੇ, ਕੰਚਨ ਬਿਨਾਨ ਕੁਛ ਮਨ ਤਰੇ, ਕਹਿੰਦੇ ਉਹ ਕੀ ਵੇਖਦਾ, ਉਹ ਕੇਵਲ ਸੋਨਾ ਵੇਖਦਾ, ਹੋਰ ਕੁਛ ਨਹੀਂ ਵੇਖਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਘੜਾ ਟੁੱਟਾ, ਘਰ ਦੇ ਅੰਦਰ ਜੋ ਵੀ ਮਿੱਟੀ ਦਾ ਬਰਤਨ ਸੀ ਉਹ ਟੁੱਟਾ, ਚੁੱਕ ਕੇ ਉਹਨੂੰ ਮਿੱਟੀ ਤੇ ਬਾਹਰ ਰੂੜੀ ਤੇ ਸੁੱਟ ਆਏ। ਥੋੜੇ ਦਿਨਾਂ ਬਾਅਦ ਜਿਹੜਾ ਬਣਿਆ ਦੁਬਾਰਾ ਫਿਰ ਉਹ ਮਿੱਟੀ ਦਾ ਹੀ ਰੂਪ ਹੋ ਗਿਆ। ਜੋ ਵੀ ਸੀ ਜਿਸ ਮਿੱਟੀ ਤੋਂ ਪੈਦਾ ਹੋਇਆ, ਟੁੱਟਾ, ਟੁੱਟਣ ਤੋਂ ਬਾਅਦ ਬਾਹਰ ਸੁੱਟਿਆ, ਘਰੋਂ ਬਾਹਰ ਸੁੱਟ ਦਿੱਤਾ ਟੁੱਟਾ ਭਾਂਡਾ, ਟੁੱਟਣ ਤੋਂ ਬਾਅਦ ਗੁਰਮਖੋ ਉਹ ਦੁਬਾਰਾ ਮਿੱਟੀ ਦਾ ਰੂਪ ਹੋ ਗਿਆ। ਗੁਰਬਾਣੀ ਵਿੱਚ ਆਪ ਜੀਆਂ ਨੇ ਜੋ ਬਾਣੀ ਆਪ ਗੁਰਮੁਖ ਪਿਆਰੇ ਸਵਾਰੇ ਆਪ ਪੜ੍ਹਦੇ ਹੋ, ਸਤਿਗੁਰੂ ਜੀਆਂ ਨੇ ਘੜੇ ਦੀ ਉਦਾਹਰਨ 9ਵੇਂ ਪਾਤਸ਼ਾਹ ਜੀਆਂ ਨੇ ਅਨੇਕਾਂ ਵਾਰ ਦਿੱਤੀ। ਜਿਵੇਂ ਭਾਈ ਸਾਹਿਬ ਹੁਣ ਬਚਨ ਵੀ ਪੜ੍ਹ, ਮਾਟੀ ਕੇ ਹਮ ਪੂਤਰੇ, ਗੁਰਦੇਵ ਜੀ ਬਾਣੀ ਵਿੱਚ ਬਚਨ ਲਿਖਦੇ ਨੇ, ਮਾਟੀ ਕੇ ਹਮ ਪੂਤਰੇ, ਜਾਂ ਘੜੇ। ਸਤਿਗੁਰੂ ਜੀ ਨੇ ਇਹ ਨਹੀਂ ਕਿਹਾ ਵੀ ਅਸੀਂ ਲੋਹੇ ਦੇ ਘੜੇ ਬਣੇ ਹਾਂ, ਮਹਾਰਾਜ ਜੀ ਨੇ ਇਹ ਵੀ ਨਹੀਂ ਕਿਹਾ ਵੀ ਅਸੀਂ ਕਹਿਣ ਦੇ ਭਾਂਡੇ ਹਾਂ, ਪਾਤਸ਼ਾਹ ਵੀ ਨਹੀਂ ਕਹਿੰਦੇ ਸੋਨੇ ਦੇ ਭਾਂਡੇ, ਮਹਾਰਾਜ ਕਹਿੰਦੇ ਮਿੱਟੀ ਦੇ। ਕਿਉਂ? ਲੋਹਾ ਟੁੱਟ ਜਾਏ ਉਹਨੂੰ ਤਾਂ ਕੋਈ ਨਾ ਕੋਈ ਗੰਢ ਤਰੁਪ ਹੋ ਜਾਏਗੀ, ਸੋਨਾ ਟੁੱਟ ਜਾਏ ਉਹਨੂੰ ਤਾਂ ਕੋਈ ਨਾ ਕੋਈ ਗੰਢ ਤਰੁਪ ਹੋ ਜਾਏਗੀ, ਪਰ ਜਿੱਦਣ ਇਹ ਘੜਾ ਮਿੱਟੀ ਦਾ ਘੜਾ ਟੁੱਟ ਗਿਆ ਫਿਰ ਇਹਨੂੰ ਕੋਈ ਗੰਢ ਤਰੁਪ ਨਹੀਂ। ਉਹਨੂੰ ਕਹਿੰਦੇ ਵੀ ਹੁਣ ਚੁੱਕ ਕੇ ਬਾਹਰ ਸੁੱਟੋ, ਉਹਨੂੰ ਕੋਈ ਜੋੜ ਨਹੀਂ ਲੱਗਦਾ। ਘੜਾ ਤਿੜਕ ਜਾਏ, ਤਿੜਕੇ ਹੋਏ ਭਾਂਡੇ ਨੂੰ ਕਹਿੰਦੇ ਨੇ ਹੁਣ ਬਾਹਰ ਰੱਖ ਦਿਓ, ਤੇ ਪਾਤਸ਼ਾਹ ਕਹਿੰਦੇ ਬੰਦਿਆ ਤੇਰੇ ਸਰੀਰ ਦਾ ਹਾਲ ਮਿੱਟੀ ਦੇ ਭਾਂਡੇ ਵਾਲਾ ਹੈ, ਜਿੱਦਣ ਇਹ ਤਿੜਕ ਗਿਆ ਥਾਂ ਇਹਨੂੰ ਵੀ ਨਹੀਂ ਕਿਸੇ ਨੇ ਦੇਣੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਥਾਂ ਇਹਦੀ ਵੀ ਹੋਰ ਕੋਈ ਨਹੀਂ, ਘਰੋਂ ਬਾਹਰ ਹੀ ਥਾਂ ਹੈ ਸ਼ਮਸ਼ਾਨ ਭੂਮੀ ਵਿੱਚ, ਹੋਰ ਇਹਦੀ ਕੋਈ ਜਗ੍ਹਾ ਦੂਸਰੀ ਜਗ੍ਹਾ ਨਹੀਂ ਹੈ। ਤਾਂ ਹੀ ਪਾਤਸ਼ਾਹ ਨੂੰ ਮਾਟੀ ਕੇ ਹਮ ਪੂਤਰੇ, ਮਿੱਟੀ ਨਾਲ ਹੀ ਪਾਤਸ਼ਾਹ ਤਸ਼ਬੀਹ ਦਿੱਤੀ ਵਾਰ-ਵਾਰ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਜਦੋਂ ਸੁਨਿਆਰ ਵੀਰ ਨੇ ਪਰਖਣਾ ਕੀਤਾ ਉਹਨਾਂ ਗਹਿਣਿਆਂ ਨੂੰ, ਨਾਮ ਆਕਾਰ ਗਿਨੇ ਨੈ ਕੋਏ, ਕਹਿੰਦੇ ਪਰਖਣ ਵਾਲਾ ਸੁਨਿਆਰ ਵੀਰ ਉਹ ਨਹੀਂ ਪਰਖਦਾ ਵੀ ਹੈ ਕੀ ਗੋਖੜੂ ਹੈ, ਵਾਲੀਆਂ ਨੇ, ਨਹੀਂ। ਉਹ ਕੀ ਵੇਖਦਾ? ਉਹ ਕੇਵਲ ਸੋਨਾ ਵੇਖਦਾ, ਸੋਨਾ ਸ਼ੁੱਧ ਹੈ ਜਾਂ ਨਹੀਂ, ਇਹਦੇ ਵਿੱਚ ਕੋਈ ਰਲਾ ਤਾਂ ਨਹੀਂ, ਇਹਦੇ ਵਿੱਚ ਕੋਈ ਮਿਲਾਵਟ ਤਾਂ ਨਹੀਂ, ਬਸ ਉਹ ਇਹੋ ਵੇਖਦਾ ਹੈ। ਕਨਕ ਵਾਸਤਵ ਪਰਖੇ ਸੋਏ, ਉਹ ਕੇਵਲ ਕਨਕ ਭਾਵ ਉਹ ਕੇਵਲ ਸੋਨਾ ਹੀ ਪਰਖਦਾ ਹੈ। ਤਿਮ ਗਿਆਨੀ ਕੋ ਨਾਨਾ ਨਾਏ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਇਸੇ ਤਰ੍ਹਾਂ ਜਿਹੜਾ ਗਿਆਨਵਾਨ ਹੈ ਨਾ, ਜਿਹੜਾ ਗਿਆਨੀ ਹੈ, ਭਾਵੇਂ ਕਿ ਆਪਾਂ ਬਸਤਰਾਂ ਦੇ ਹਿਸਾਬ ਨਾਲ ਗੁਰਮੁਖੋਂ ਕਹਿ ਦਿੰਦੇ ਹਾਂ ਕਿ ਫਲਾਣਾ ਗਿਆਨੀ ਸਿੰਘ, ਪਰ ਗਿਆਨੀ ਦੀ ਜਿਹੜੀ ਪਰਿਭਾਸ਼ਾ 9ਵੇਂ ਪਾਤਸ਼ਾਹ ਜੀ ਨੇ ਦਿੱਤੀ, ਕਹਿੰਦੇ ਜਿਹੜੇ ਦੁੱਖ ਸੁੱਖ ਤੋਂ ਨਿਰਲੇਪ ਹੈ, ਮਹਾਰਾਜ ਕਹਿੰਦੇ ਉਹ ਹੈ ਭਾਈ ਗਿਆਨੀ, ਜਿਹੜਾ ਦੁੱਖ ਸੁੱਖ ਤੋਂ ਉੱਪਰ ਉੱਠ ਗਿਆ, ਜਿਹੜਾ ਭੈ ਡਰ ਤੋਂ ਆਦ ਤੋਂ ਮੁਕਤ ਹੋ ਗਿਆ, ਮਹਾਰਾਜ ਕਹਿੰਦੇ ਭਾਈ ਉਹ ਗਿਆਨਵਾਨ ਹੈ। ਕਹਿੰਦੇ ਜਿਹੜਾ ਗਿਆਨਵਾਨ ਹੈ ਗੁਰਮੁਖੋ, ਕਹਿੰਦੇ ਫਿਰ ਗਿਆਨਵਾਨ ਨਾਵਾਂ ਵਿੱਚ ਨਹੀਂ ਪੈਂਦਾ, ਉਹ ਸਰੂਪ ਤੇ ਹੈ, ਉਹ ਨਾਵਾਂ ਵਿੱਚ ਨਹੀਂ, ਉਹ ਕੌਣ ਹੈ ਕਿਵੇਂ ਹੈ ਨਹੀਂ, ਉਹ ਕੀ ਵੇਖਦਾ ਹੈ। ਗਿਆਨੀ ਕੌਣ? ਭਾਈ ਕਨ੍ਹਈਆ ਜੀ ਵਰਗੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਨੇ ਕਿਹਾ ਪਾਣੀ ਕਿਹਨੂੰ ਪਿਆਰ ਹੈ, ਉਹਨਾਂ ਤੇ ਉਹ ਕਿਹਾ ਨਾ ਮੁਸਲਮਾਨ ਨੂੰ, ਤੇ ਭਾਈ ਕਨ੍ਹਈਆ ਜੀ ਕੀ ਕਹਿ ਰਹੇ ਨੇ ਮਹਾਰਾਜ? ਨਹੀਂ, ਮੈਂ ਤਾਂ ਆਪ ਜੀਆਂ ਨੂੰ ਪਾਣੀ ਪਿਆ ਰਿਹਾ ਹਾਂ, ਮੈਂ ਤਾਂ ਹੋਰ ਨੂੰ ਪਾਣੀ ਪਿਆਇਆ ਨਹੀਂ, ਸਾਰਾ ਤੇਰਾ ਰੂਪ ਹੈ। ਦੇਖੋ ਉਹ ਅਵਸਥਾ ਆ ਜਾਣੀ, ਮਹਾਰਾਜ ਉਸ ਥਾਂ ਤੇ ਕਹਿ ਰਹੇ ਨੇ, ਕਹਿੰਦੇ ਜਿਹੜਾ ਫਿਰ ਉਹ ਹੈ ਉਹਨੂੰ ਨਹੀਂ ਜਾਪਦਾ ਇਹ ਕੌਣ ਹੈ, ਉਹ ਕਿਹੜਾ
ਕਿਸ ਵਿੱਚੋਂ ਹੈ ਖੱਤਰੀ ਬ੍ਰਾਹਮਣ ਸੂਦ ਵੈਸ, ਉਹ ਇਹ ਨਹੀਂ ਵੇਖਦਾ। ਉਹ ਕੀ ਵੇਖ ਰਿਹਾ? ਉਹ ਪਰਿਪੂਰਨ ਪਰਮਾਤਮਾ ਦੀ ਚੇਤਨਤਾ ਹੀ ਵੇਖ ਰਿਹਾ ਹੈ। ਉਹ ਇਸ ਤੋਂ ਬਿਨਾਂ ਹੋਰ ਕੁਝ ਨਹੀਂ ਵੇਖਦਾ। ਸਭ ਮੈਂ ਬ੍ਰਹਮ ਰੂਪ ਦਰਸਾਏ, ਸਾਰਿਆਂ ਵਿੱਚ ਬ੍ਰਹਮ ਸਰੂਪ ਦਰਸਦਾ ਹੈ। ਭੂਖਨ ਤੇ ਪੂਰਬ ਸ਼ੁਭ ਕੰਚਨ, ਕਹਿੰਦੇ ਉਹਨਾਂ ਭੂਖਣ ਤੋਂ ਭਾਵ ਜਿਹੜੇ ਗਹਿਣੇ ਆਦ ਹਨ, ਭੂਖਨ ਬਨੇ ਭੇਦ ਤੋਂ ਰੰਚਿਤ ਨਾ। ਕਹਿੰਦੇ ਉਹ ਗਹਿਣੇ ਬਣ ਗਏ, ਪਰ ਉਸ ਭਾਵੇਂ ਵੱਖਰੇ ਵੱਖਰੇ ਬਣ ਗਏ, ਪਰ ਉਸ ਗਹਿਣੇ ਅੰਦਰ, ਸੋਨੇ ਅੰਦਰ ਕੋਈ ਭੇਦ ਤਾਂ ਨਹੀਂ ਵੀ ਉਹ ਵੱਖਰਾ ਸੀ ਇਹ ਵੱਖਰਾ ਹੈ। ਨਹੀਂ, ਉਹ ਹੈ, ਬਰਾਬਰ ਹੈ ਦੋਵਾਂ ਵਿੱਚ, ਇੱਕ ਤਰ੍ਹਾਂ ਹੈ। ਉਹ ਆਕਾਰ, ਉਹ ਸਰੂਪ ਉਹਦਾ ਹੈ। ਬਿਨ ਸੇ ਤੇ ਬਿਨ ਕਨਕ ਨ ਆਨ, ਤੇ ਕਹਿੰਦੇ ਜਿਸ ਵਕਤ ਉਹ ਬਿਨ ਸਜਾਏ, ਇਮ ਜਾਣਤ ਹੈ ਜੇ ਬੁੱਧੀਵਾਨ। ਕਹਿੰਦੇ ਜਿਹੜਾ ਬੁੱਧੀਵਾਨ ਹੈ ਉਹ ਇਹਨੂੰ ਇਸ ਤਰ੍ਹਾਂ ਜਾਣਦਾ ਹੈ ਕਿ ਇਹ ਇੱਕੋ ਹੈ। ਜਦੋਂ ਉਹਨਾਂ ਨੂੰ ਤਾਇਆ ਗਿਆ, ਉਸ ਗਹਿਣਿਆਂ ਨੂੰ ਇੱਕੋ ਥਾਂ ਤੇ ਰੱਖ ਕੇ ਦੁਬਾਰਾ ਫਿਰ ਉਹ ਉਸੇ ਤਰ੍ਹਾਂ ਡਲੀ ਰੂਪ ਹੋ ਕੇ, ਭਾਵ ਸਾਰਾ ਸੋਨਾ ਇੱਕ ਤਰ੍ਹਾਂ ਹੋ ਕੇ ਦੁਬਾਰਾ ਫਿਰ ਉਸੇ ਦਾ ਹੀ ਉਸੇ ਤਰ੍ਹਾਂ ਰੂਪ ਹੋ ਗਿਆ। ਪ੍ਰਥਮ ਜਗਤ ਤੇ ਬ੍ਰਹਮ ਸਰੂਪ, ਔਰ ਪ੍ਰਥਮ ਜਗਤ ਦੇ ਅੰਦਰ ਜਿਹੜਾ ਸਰੂਪ ਬ੍ਰਹਮ ਸਰੂਪ ਬਨਿਓ ਅਨਿਕ ਆਤਮਾ ਅਨੂਪ। ਔਰ ਫਿਰ ਉਸ ਸਾਹਿਬ ਜੀਆਂ ਨੇ ਨਾਨਾ ਪ੍ਰਕਾਰ ਅਨਕ ਆਤਮਾ ਪਰਿਪੂਰਨ ਪਰਮਾਤਮਾ ਜੀ ਨੇ ਪੈਦਾ ਕੀਤੀਆਂ। ਨਸ਼ਟ ਹੋਏ ਨਾਨਾ ਵਿਦ ਜੋਏ, ਕਹਿੰਦੇ ਹੋਰ ਜੋ ਵੱਖੋ ਵੱਖਰਾ ਹੈ ਇਹ ਸਾਰਾ ਕੁਝ ਨਸ਼ਟ ਹੋ ਜਾਂਦਾ ਹੈ। ਬਿਨਾ ਬ੍ਰਹਮ ਤੇ ਦੁਤੀ ਨਾ ਹੋਏ, ਪਰ ਇੱਕ ਬ੍ਰਹਮ ਤੋਂ ਬਿਨਾ, ਬਿਨਾ ਬ੍ਰਹਮ ਤੇ ਦੁਤੀ ਨਾ ਕੋਈ। ਕਹਿੰਦੇ ਪਰ ਇੱਕ ਪਰਿਪੂਰਨ ਪਰਮਾਤਮਾ ਬ੍ਰਹਮ ਤੋਂ ਬਿਨਾ ਹੋਰ ਦੂਸਰਾ ਬਾਕੀ ਕੁਝ ਨਹੀਂ ਬਚਦਾ। ਕਹਿੰਦੇ ਰਹਿੰਦਾ ਕੌਣ ਹੈ? ਕੇਵਲ ਉਸ ਪਰਿਪੂਰਨ ਪਰਮਾਤਮਾ ਦਾ ਨਾਮ, ਜਾਂ ਜਿਹੜੇ ਉਹਦੇ ਅੰਦਰ ਓਤ-ਪੋਤ ਹੋਏ ਹਨ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹਿੰਦੇ ਬਾਕੀ ਉਹ ਸੰਸਾਰ ਦੇ ਅੰਦਰ ਬਾਕੀ ਉਹ ਹਨ ਜਿਹੜੇ ਕਿਹੜੇ ਜੀ? ਜਿਹੜੇ ਬ੍ਰਹਮ ਸਰੂਪ ਉਹਦੇ ਅੰਦਰ ਹੋ ਗਏ। ਆਦ ਨਹੀਂ ਜੋ ਅੰਤ ਨ ਰਹੇ, ਕਹਿੰਦੇ ਇਹ ਆਦ ਨਹੀਂ ਜੋ ਭਾਵ ਸदैव ਕਾਲ ਬਾਕੀ ਰਹਿੰਦੇ ਹਨ। ਮਧਿਆ ਕੋ ਤੋ ਸਾਚੋ ਤੈਂ ਕਹੇ, ਕਹਿੰਦੇ ਨਾ ਉਹ ਮੱਧ ਭਾਵ ਉਹ ਸਦੀਵੀ ਤੌਰ ਤੇ, ਅਖਿਲ ਤੌਰ ਤੇ, ਪੱਕੇ ਤੌਰ ਤੇ, ਸਦੀਵੀ ਤੌਰ ਤੇ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਉਹ ਬ੍ਰਹਮ ਬਾਕੀ ਰਹਿੰਦਾ ਹੈ। ਜਾਂ ਤੇ ਬ੍ਰਹਮ ਰੂਪ ਸਭ ਜਾਨ, ਇਹ ਭਾਈ ਇਸੇ ਕਰਕੇ ਨੂੰ ਸਾਰੇ ਨੂੰ ਬ੍ਰਹਮ ਰੂਪ ਤੁਸੀਂ ਜਾਣਨਾ ਕਰੋ। ਅਪਰ ਆਕਾਰ ਭਰਮ ਈਮਾਨ, ਕਹਿੰਦੇ ਬਾਕੀ ਜਿੰਨਾ ਕੁਝ ਵੀ ਹੈ ਇਹ ਬਾਕੀ ਸਾਰਾ ਭਰਮ ਹੀ ਹੈ। ਭਗਤ ਰਵਿਦਾਸ ਸਾਹਿਬ ਜੀ ਤਾਂ ਹੀ ਬਚਨ ਕਰਦੇ ਨੇ ਮਾਧਵੇ, ਕਿਆ ਕਹੀਐ ਭ੍ਰਮ ਐਸਾ ਜੈਸਾ ਮਾਨੀਐ, ਹੋਏ ਨਾ ਤੈਸਾ ਨਰਪਤਿ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਚਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। मालिक जी ये साडी हालत ऐसी है। राज भुयंग प्रसंग जैसे हैं अब कछ मर्म जनायानक कटक, जैसे भूल परे अब कहते कहन ना आया। सर्बे एक, सारी कथा दे अज दा भाव सर्बे एक अनेका है स्वामी सब कट भुगवै सोई, कह रविदास हाथ पै नीरै सहजे होए सो होई, सब कट भुगवै सोई। वो परिपूर्ण परमात्मा ਸਾਰਿਆਂ ਘਟਾਵਾਂ ਦੇ ਅੰਦਰ ਉਹ ਪਰਿਪੂਰਨ ਪਰਮਾਤਮਾ ਜੀਆਂ ਦੇ ਅੰਦਰ ਜੀਆਂ ਨੂੰ ਭੁਗਦਾ ਹੈ, ਉਸੇ ਦਾ ਵਾਸਾ ਹੈ। ਸਾਧ ਸੰਗਤ ਜੀਓ, ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨ, ਸੀਸ ਤੇ ਆਪਣਾ ਮਿਹਰਾਮਤਾਂ ਭਰਿਆ ਹੱਥ ਰੱਖਣ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਦੇ ਹਨ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਜਿਸ ਵਕਤ ਹਿੰਦੁਸਤਾਨ ਤੇ ਮੁਗਲਿਆ ਰਾਜ ਕਾਇਮ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਜੀ, ਉਸ ਵਕਤ ਜਦੋਂ ਬਾਬਰ ਨੇ ਸਥਾਨ ਤੇ ਆਣ ਕੇ ਰਾਜ ਭਾਗ ਸਥਾਪਿਤ ਕੀਤਾ ਤੇ ਜਿਹੜੇ ਫਿਰ ਇੱਥੋਂ ਦੇ ਲੋਕ ਸਨ ਉਹਨਾਂ ਦੀ ਬੋਲੀ ਬਦਲ ਗਈ। ਘਰ ਘਰ ਮੀਆਂ, ਉਹ ਫਿਰ ਸਾਰੇ ਪਾਸੇ ਮੀਆਂ ਮੀਆਂ ਕਹਿਣ ਲੱਗ ਗਏ। ਜਿਹੜੇ ਇੱਥੋਂ ਦੇ ਸਨਾਤਨੀ ਲੋਕ ਸਨ ਉਹ ਵੀ ਇਸੇ ਤਰ੍ਹਾਂ ਬੋਲਣ ਲੱਗ ਗਏ, ਆਓ ਮੀਆਂ ਜੀ। ਕਿਉਂ? ਬੋਲੀ ਵੀ ਬਦਲ ਗਈ। ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਬਚਨ ਕਹਿੰਦੇ ਨੇ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਬੋਲੀ ਵੀ ਉੱਥੇ ਬਦਲ ਗਈ
ਤੇ ਗੁਰਮੁਖੋ ਇਸ਼ਾਰਾ ਆਪ ਸਮਝ ਗਏ ਹੋਵੋਗੇ। ਅੱਜ ਸਾਡੇ ਅੰਦਰ ਵੀ ਇਹੋ ਪ੍ਰਵਿਰਤੀ ਹੈ, ਜਿਵੇਂ ਦਾਸ ਨੇ ਆਰੰਭ ਵਿੱਚ ਬੇਨਤੀ ਕੀਤੀ, ਜੀ ਆਇਆਂ ਨੂੰ ਸਤਿਗੁਰੂ ਦੇ ਕੋਲ ਕੋਈ ਘੜੀ ਕੋਈ ਆਵੇ ਗੁਰਮੁਖੋ, ਸਤਿਗੁਰੂ ਮਹਾਰਾਜ ਇੱਕ ਤਿਲ ਨਹੀਂ ਭੰਨੈ ਘਾਲੈ, ਕਿਸੇ ਦਾ ਕੋਈ ਮਹਾਰਾਜ ਰੱਖ ਦੇਣੀ ਸੇਵਾ ਸਿਮਰਨ ਪਾਤਸ਼ਾਹ ਉਹਦੀ ਕੀਤੀ ਘਾਲ ਥਾਂ ਪਾਉਂਦੇ ਹਨ। ਪਰ ਨਾਲ ਇਹ ਵੀ ਹੈ, ਜਿਸ ਪ੍ਰਕਾਰ ਆਪਾਂ ਬੜੇ ਚਾਉ ਮਲਾਰ ਨਾਲ ਗੁਰਦੇਵ ਜੀਆਂ ਦੇ ਸਥਾਨਾਂ ਤੇ ਹਾਜ਼ਰੀ ਭਰਦੇ ਹਾਂ ਨਵੇਂ ਵਰ੍ਹੇ ਤੇ, ਜਦੋਂ ਚੇਤਰ ਦਾ ਮਹੀਨਾ ਆਰੰਭ ਹੋਵੇ ਉਦੋਂ ਵੀ ਹਾਜ਼ਰੀਆਂ ਭਰੀਏ, ਘਰਾਂ ਦੇ ਅੰਦਰ ਪੰਜਾਬੀ ਪੜ੍ਹੀਏ, ਬੱਚਿਆਂ ਨੂੰ ਵੀ ਪੰਜਾਬੀ ਵਾਲੇ ਪਾਸੇ ਜ਼ਰੂਰ ਇਸ ਪਾਸੇ ਲਾਈਏ। ਹੋਰ ਨਹੀਂ ਤਾਂ ਬਹੁਤਾ ਚਲੋ ਇਹ ਤਾਂ ਕੋਈ ਔਖਾ ਕੰਮ ਨਹੀਂ ਨਾ, ਵੀ ਜਿਹੜੇ ਵਿਆਹ ਵਾਲੇ ਕਾਰਡ ਨੇ ਘੱਟੋ ਘੱਟ ਉੱਥੇ ਤੇ ਪੰਜਾਬੀ ਛਪਵਾ ਲਈਏ। ਜਿਵੇਂ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਮਾਈ ਆਈ ਇੱਕ ਅਰਦਾਸ ਕਰਾਉਣ ਵਾਸਤੇ, ਮੈਂ ਕਿਹਾ ਜੀ ਬੱਚਿਆਂ ਦੇ ਨਾਮ, ਕਹਿੰਦੇ ਜੀ ਕਾਰਡ ਤੇ ਲਿਖੇ ਹਨ, ਉਹ ਕਾਰਡ ਕਰਮਾਂ ਵਾਲਾ ਅੰਗਰੇਜ਼ੀ ਵਿੱਚ ਛਪਵਾਇਆ। ਮੈਂ ਮਾਂ ਜੀ ਤੁਸੀਂ ਪੜ੍ਹ ਕੇ ਦੱਸ ਦਿਓ। ਮਾਂ ਜੀ ਕਹਿੰਦੇ ਵੀ ਅੰਗਰੇਜ਼ੀ ਵਿੱਚ ਤੁਸੀਂ ਆਪ ਹੀ ਪੜ੍ਹ ਲਓ। ਮੈਂ ਤੇ ਦੱਸੋ ਜੀ, ਇਹ ਕਾਰਡ ਆਪਾਂ ਦੇਣੇ ਸਾਰੇ ਪੰਜਾਬ ਵਿੱਚ ਹੀ ਨੇ, ਕੋਈ ਅੰਗਰੇਜ਼ ਤੇ ਸੱਦਣੇ ਕੋਈ ਨਹੀਂ। ਵੀ ਆਪਣੇ ਵਿਆਹ ਦੇ ਵਿੱਚ ਆਉਣਾ ਤੇ ਸਾਰੇ ਪੰਜਾਬੀ, ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ, ਜਾਂ ਤਾਂ ਚਲੋ ਅੰਗਰੇਜ਼ਾਂ ਨੂੰ ਸੱਦਣਾ ਹੋਵੇ ਵਿਆਹ ਵਿੱਚ ਆਪਾਂ ਅੰਗਰੇਜ਼ੀ ਵਿੱਚ ਛਪਵਾ ਲਈਏ। ਆਪਾਂ ਕਹਿੰਦੇ ਨਹੀਂ ਭਾਈ, ਇਹਦੇ ਨਾਲ ਟੌਰ ਨਹੀਂ ਬਣਦੀ। ਇਹ ਖਿਮਾ ਕਰਨਾ, ਆਪ ਕਹੋਗੇ ਗਿਆਨੀ ਜੀ ਆਪ ਜੀ ਕਿਉਂ ਕਹਿ ਰਹੇ ਹੋ? ਗੁਰਮੁਖੋ, ਜੇ ਬਾਣੀ ਦਾ ਆਨੰਦ, ਬਾਣੀ ਪੜ੍ਹਨੀ ਠੀਕ, ਵੱਖ-ਵੱਖ ਭਾਸ਼ਾਵਾਂ ਵਿੱਚ ਤਰਜਮੇ ਹੋ ਚੁੱਕੇ ਨੇ ਬਾਣੀ ਦੇ, ਕੋਈ ਦੋ ਰਾਵਾਂ ਨਹੀਂ, ਵੱਖਰੇ ਵੱਖਰੇ ਪਾਵਨ ਪਵਿੱਤਰ ਬੋਲੀਆਂ ਦੇ ਅੰਦਰ ਸਤਿਗੁਰੂ ਮਹਾਰਾਜ ਦੀ ਸਰੂਪਾਂ ਦੀ ਸੇਵਾ ਹੋ ਚੁੱਕੀ ਹੈ। ਪਰ ਜਿਹੜੇ ਅੱਖਰ ਗੁਰਦੇਵ ਜੀਆਂ ਨੇ ਵਰਤੇ, ਉਹ ਅੱਖਰ ਹੋਰ ਬੋਲੀ ਵਿੱਚੋਂ ਕਿਵੇਂ ਲੈ ਆਵਾਂਗੇ? ਅੰਗਰੇਜ਼ੀ ਵਿੱਚੋਂ ਜਿਵੇਂ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਅੜਾੜਾ ਸ਼ਬਦ ਅਨੇਕਾਂ ਥਾਵਾਂ ਤੇ ਵਰਤਦੇ ਨੇ, ਅੰਗਰੇਜ਼ੀ ਵਿੱਚ ਅੜਾੜਾ ਸ਼ਬਦ ਕਿਵੇਂ ਪਾਵਾਂਗੇ? ਘੱਗਾ ਸ਼ਬਦ ਕਿਵੇਂ ਪਾਵਾਂਗੇ? ਜਦੋਂ ਪਾਵਾਂਗੇ ਉਹਦੇ ਰੂਪ ਬਦਲ ਜਾਣਗੇ। ਜੇ ਬਾਣੀ ਨੂੰ ਪ੍ਰੇਮ ਸਹਿਤ, ਆਨੰਦ ਸਹਿਤ ਪੜ੍ਹਨਾ ਹੈ ਭਾਈ, ਆਪਾਂ ਨੂੰ ਗੁਰਮੁਖੀ ਬੋਲੀ, ਪੰਜਾਬੀ ਲਿਪੀ ਸਿੱਖਣੀ ਪਵੇਗੀ। ਜ਼ਰੂਰ ਆਪਾਂ ਆਪਣੇ ਘਰਾਂ ਤੱਕ ਇਹ ਜ਼ਰੂਰ ਲੈ ਕਰਕੇ ਆਈਏ। ਚਾਓ ਮਲਾਰ ਨਾਲ ਸਤਿਗੁਰੂ ਜੀ ਦੇ ਸਥਾਨਾਂ ਤੇ ਆਏ ਹੋ, ਜਿਉ ਆਇਆਂ ਨੂੰ ਸਤਿਗੁਰੂ ਰਹਿਮਤਾਂ ਕਰਨ, ਸੀਸ ਤੇ ਮੇਰਾ ਪਰ ਆਪਣਾ ਹੱਥ ਰੱਖਣ। ਚੜ੍ਹਦੀਆਂ ਕਲਾ ਸਹਿਤ ਗੁਰਦੇਵ ਮਹਾਰਾਜ, ਸੇਵਾ ਸਿਮਰਨ ਸਹਿਤ ਸਮਾਂ ਵਿਹਾਜਨ ਗੁਰਦੇਵ ਜੀ। ਕਥਾ ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮਾ, ਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਅੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ ਜਾਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀਓਣ, ਹੇ ਸੰਤਾਂ ਕਾ ਸਦਾ ਸੰਗ, ਹਾਰਾਇਆ ਹੇ ਠਾਕੁਰ ਹਉ ਦਾਸਰੂ, ਹੈ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀਜੈ ਨਾਮ